ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਇਸ ਸੁੰਦਰ ਦਿਨ ਦੇ ਲਈ, ਸੁੰਦਰ ਸਮੇਂ ਦੇ ਲਈ ਜੋ ਉਸਨੇ ਸਾਡੀ ਜ਼ਿੰਦਗੀ ਵਿੱਚ ਦਿੱਤਾ ਹੈ। ਅੱਜ ਕ੍ਰਿਸਮਸ ਡੇ ਹੈ। ਅੱਜ ਪਰਮੇਸ਼ਵਰ ਦਾ ਪਵਿੱਤਰ ਦਿਨ ਹੈ ਔਰ ਅੱਜ ਦੇ ਦਿਨ ਬਹੁਤ ਸਾਰੇ ਲੋਕ, ਪੂਰਾ ਵਰਲਡ, ਦੇਸ਼ ਵਿਦੇਸ਼ 'ਚ ਲੋਕ ਕ੍ਰਿਸਮਸ ਮਨਾ ਰਹੇ ਆ ਕਿ ਅੱਜ ਦੇ ਦਿਨ ਯੀਸ਼ੂ ਮਸੀਹ ਪੈਦਾ ਹੋਏ ਸੀਗੇ। ਹਾਂ, ਇਹ ਗੱਲ ਸੱਚ ਹੈ ਕਿ ਯੀਸ਼ੂ ਮਸੀਹ ਪੈਦਾ ਹੋਏ ਸੀ, ਇਸ ਸੰਸਾਰ ਦੇ ਵਿੱਚ ਆਏ ਸੀ। ਮੁਕਤੀਦਾਤਾ, ਸ਼ਾਂਤੀਦਾਤਾ, ਉਧਾਰਕਰਤਾ ਪਰਮੇਸ਼ਵਰ ਇਸ ਸੰਸਾਰ ਦੇ ਵਿੱਚ ਆਏ ਸੀਗੇ ਕਿ ਉਹਨਾਂ ਨੇ ਆ ਕੇ ਚਰਨੀ ਦੇ ਵਿੱਚ ਜਨਮ ਲਿਆ ਤਾਂ ਕਿ ਇਸ ਸੰਸਾਰ ਨੂੰ ਪਾਪਾਂ ਤੋਂ ਛੁਟਕਾਰਾ ਦੇ ਸਕਣ, ਪਾਪਾਂ ਤੋਂ ਬਚਾ ਸਕਣ ਔਰ ਆਪਣੇ ਪਰਮੇਸ਼ਵਰ ਦੀ ਮਰਜ਼ੀ ਨੂੰ, ਪਿਤਾ ਦੀ ਮਰਜ਼ੀ ਨੂੰ ਪੂਰਾ ਕਰ ਸਕਣ। ਔਰ ਪਿਤਾ ਦਾ ਜਨਮ ਹੋਇਆ, ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਅੱਜ ਦਾ ਜਨਮ ਹੋਇਆ। ਉਹਦਾ ਧੰਨਵਾਦ ਕਰਦੇ ਕਿ ਉਹ ਸਾਡੀ ਖਾਤਰ ਇਸ ਧਰਤੀ 'ਤੇ ਆਏ, ਕਰੂਸ 'ਤੇ ਚੜ੍ਹਾਏ ਗਏ ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉਠੇ। ਆਈਏ ਅਸੀਂ ਸਭ ਤੋਂ ਪਹਿਲਾਂ ਪਰਮੇਸ਼ਵਰ ਦੀ ਆਰਾਧਨਾ ਕਰਾਂਗੇ, ਸਤੂਤੀ ਕਰਾਂਗੇ। ਉਸ ਤੋਂ ਬਾਅਦ ਵਚਨ 'ਚ ਜਾਵਾਂਗੇ ਔਰ ਦੇਖਾਂਗੇ ਕਿ ਯੀਸ਼ੂ ਮਸੀਹ ਇਸ ਧਰਤੀ 'ਤੇ ਕਿੱਦਾਂ ਪੈਦਾ ਹੋਏ ਔਰ ਉਹਨਾਂ ਨੇ ਕਾਹਦੇ ਲਈ ਜਨਮ ਲਿਆ, ਕਿਉਂ ਜਨਮ ਲਿਆ ਔਰ ਕਿਉਂ ਮਾਰੇ ਗਏ, ਕਿਉਂ ਉਹ ਤੀਸਰੇ ਦਿਨ ਜੀ ਉਠੇ, ਕੀ ਮਕਸਦ ਸੀ ਉਹਨਾਂ ਦਾ ਧਰਤੀ 'ਤੇ ਆਉਣ ਦਾ, ਕੀ ਉਹਨਾਂ ਦਾ ਮਕਸਦ ਪੂਰਾ ਹੋ ਚੁੱਕਾ ਹੈ। ਆਈਏ ਅਸੀਂ ਪਹਿਲਾਂ ਆਰਾਧਨਾ ਕਰਾਂਗੇ, ਵਰਸ਼ਿਪ ਕਰਾਂਗੇ, ਗੀਤ ਨੂੰ ਗਾਵਾਂਗੇ, ਆਪਣੇ ਮਨਾਂ ਨੂੰ ਤਿਆਰ ਕਰਾਂਗੇ। ਵਚਨ ਨੂੰ ਸੁਣਨ ਤੋਂ ਪਹਿਲਾਂ, ਪ੍ਰਾਰਥਨਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰਾਂਗੇ ਪਰਮੇਸ਼ਵਰ ਦੇ ਵਿੱਚ ਬਣਨ ਦੇ ਲਈ ਕਿ ਪਰਮੇਸ਼ਵਰ ਮੇਰੇ ਪਾਪਾਂ ਨੂੰ ਮਾਫ਼ ਕਰ, ਪਰਮੇਸ਼ਵਰ ਮੇਰੇ ਸਾਰੀ ਬਦੀਆਂ ਨੂੰ ਮਾਫ਼ ਕਰ, ਮੈਨੂੰ ਆਪਣੇ ਪਵਿੱਤਰ ਆਤਮਾ ਨਾਲ ਭਰ, ਮੈਨੂੰ ਚੱਲਣਾ ਸਿਖਾ, ਮੈਨੂੰ ਰਾਹ ਦਿਖਾ ਜਿਸ ਰਾਹਾਂ 'ਤੇ ਤੂੰ ਚੱਲਣਾ ਹੈ। ਮੈਂ ਕੋਈ ਐਸਾ ਕਦਮ, ਮੈਂ ਕੋਈ ਐਸਾ ਕੰਮ ਨਾ ਕਰ ਸਕਾਂ ਜਿਹਦੇ ਲਈ ਤੈਨੂੰ ਠੇਸ ਪਹੁੰਚੇ, ਤੈਨੂੰ ਦੁੱਖ ਲੱਗੇ ਕਿ ਮੈਂ ਇਹਨੂੰ ਇਸ ਕੰਮ ਦੇ ਲਈ ਚੁਣਿਆ ਔਰ ਇਹ ਕੀ ਕਰਦਾ ਹੈ। ਆਈਏ ਅਸੀਂ ਪਰਮੇਸ਼ਵਰ ਦੀ ਸਤੂਤੀ ਦੇ ਲਈ ਇੱਕ ਬਹੁਤ ਅੱਜ ਜੋ ਖੁਸ਼ੀ ਮਨਾ ਰਹੇ ਆ, ਖੁਸ਼ੀ ਦਾ ਇੱਕ ਗੀਤ ਗਾਵਾਂਗੇ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਿ ਮੁਕਤੀਦਾਤਾ ਪੈਦਾ ਹੋਇਆ, ਇਸ ਲਈ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। खुशी खुशी मनाओ, खुशी खुशी मनाओ, बोलो बोलो मसीहा की जय जय जय, बोलो बोलो मसीहा की जय जय जय। खुशी खुशी मनाओ, खुशी खुशी मनाओ, बोलो बोलो मसीहा की जय जय जय, बोलो बोलो मसीहा की जय जय जय। मेरे लिए आया, मेरे लिए जिया, मेरे लिए आया, मेरे लिए जिया, मेरे लिए यीशु ने दुख उठाया, मेरे लिए यीशु ने दुख उठाया, मेरे लिए मारा गया, मेरे लिए गाड़ा गया, मेरे लिए मारा गया, मेरे लिए गाड़ा गया, मेरे लिए फिर से जी उठा है मसीह। मैं मसीह का हूँ, हम मसीह के हैं। खुशी खुशी मनाओ, खुशी खुशी मनाओ, बोलो बोलो मसीहा की जय जय जय, बोलो बोलो मसीहा की ओ, बोलो बोलो मसीहा की जय जय जय, बोलो बोलो मसीहा की जय जय जय। खुशी खुशी मनाओ, खुशी खुशी मनाओ, बोलो बोलो मसीहा की जय जय जय, बोलो बोलो मसीहा की जय जय जय। एक और गीत असी परमेश्वर की स्तुति दे लिए गावांगे। आया है यीशु, आया है, आया है यीशु, आया है, मुक्त के साथ आया है, मुक्ति ले साथ आया है, आया है यीशु, आया है, आया है यीशु, आया है, मुक्ति ले साथ आया है, मुक्ति ले साथ आया है। जंगल में मंगल दूत मिल गाते, जंगल में मंगल दूत
दूत मिल गाते। जय जय हो प्रभु जय जय हो, जय जय हो प्रभु जय जय हो। शांति देने आया है, शांति देने आया है, आया है यीशु आया है, आया है मुक्ति ले साथे आया है, मुक्ति ले साथे आया है। देखन गडरिए चले रात में, देखन गडरिए चले रात में, दूतों से सुन के, दूतों से, दूतों से सुन के, मसीह मरियम का जाया है, मसीह मरियम का जाया है, आया है यीशु आया है, आया है यीशु आया है, मुक्ति ले साथे आया है, मुक्ति ले साथे। हालेलुया। ਪਿਛਲੀ ਵੀਡੀਓ ਦੇ ਵਿੱਚ ਇਹ ਪਰਮੇਸ਼ਵਰ ਦੀ ਆਤਮਾ ਨੇ ਜਦੋਂ ਮੈਨੂੰ ਦੱਸਿਆ ਸੀਗਾ ਕਿ ਇੱਕ ਉਹਦਾ ਥੰਬਨੇਲ ਬਣਿਆ ਕਿ ਦੁਨੀਆ ਰੰਗ ਬਰੰਗੀ ਹੈ, ਬਹੁਤ ਤਰ੍ਹਾਂ ਦੀ ਦੁਨੀਆ ਨੂੰ ਅਸੀਂ ਦੇਖਦੇ ਹਾਂ, ਕੋਈ ਕਿਸ ਪ੍ਰਕਾਰ ਦਾ, ਕੋਈ ਕਿਸ ਪ੍ਰਕਾਰ ਦਾ ਹੈ। ਦੁਨੀਆ ਬਹੁਤ ਤਰ੍ਹਾਂ ਤਰ੍ਹਾਂ ਦੀ ਹੈ। ਅੱਜ ਹਰ ਇੱਕ ਲੋਕ ਇਸ ਤਿਉਹਾਰ ਨੂੰ ਮਨਾ ਰਹੇ ਆ, ਚਾਹੇ ਉਹ ਪਰਮੇਸ਼ਵਰ ਨੂੰ ਮੰਨਦੇ ਆ, ਚਾਹੇ ਉਹ ਪਰਮੇਸ਼ਵਰ ਨੂੰ ਨਹੀਂ ਮੰਨਦੇ। ਅੱਜ ਉਹ ਵੀ ਲੋਕ ਨੇ ਜਿਹੜੇ ਸਾਲ ਦੇ ਵਿੱਚ ਇੱਕ ਵਾਰੀ ਚਰਚ ਜਾਂਦੇ ਆ, ਸਿਰਫ ਵੱਡੇ ਦਿਨ 'ਤੇ, ਕ੍ਰਿਸਮਸ ਵਾਲੇ ਦਿਨ 'ਤੇ ਚਰਚ ਜਾਂਦੇ। ਅੱਜ ਉਹ ਵੀ ਲੋਕ ਨੇ ਜਿਹੜੇ ਸੱਚੇ ਦਿਲੋਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਕਿ ਸੱਚਮੁੱਚ ਪ੍ਰਭੂ ਤੂੰ ਸਾਡੀ ਖਾਤਰ ਹੀ ਧਰਤੀ 'ਤੇ ਆਇਆ, ਸਾਡੇ ਬੋਝ ਚੱਕ ਲਏ, ਤੂੰ ਸਾਡੇ ਪਾਪ ਚੱਕ ਲਏ। ਉਹ ਵੀ ਲੋਕ ਨੇ। ਕਈ ਲੋਕ ਨੇ ਜਿਹੜੇ ਅੱਜ ਸ਼ਰਾਬਾਂ ਪੀ ਕੇ, ਪਾਰਟੀਆਂ ਕਰਕੇ, ਬਾਹਰ ਵਿਦੇਸ਼ਾਂ 'ਚ ਕਲੱਬਾਂ 'ਚ ਜਾ ਕੇ, ਜਿੱਥੇ ਮਰਜ਼ੀ ਇੱਕ ਦੂਜੇ ਨੂੰ ਸ਼ਰਾਬ ਦੀ ਪਾਰਟੀ ਦੇ ਕੇ, ਚਿਕਨ ਖਾ ਕੇ, ਕਈ ਲੋਕ ਇਹ ਵੀ ਹੈ ਨਾਮ ਦੇ ਕ੍ਰਿਸਚਨ ਜਿਹੜੇ ਉਹ ਸੈਲੀਬ੍ਰੇਟ ਕਰਨਗੇ। ਅਗਰ ਦੁਨੀਆ ਰੰਗ ਬਰੰਗੀ ਹੈ ਤਾਂ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਵੀ ਇਹੋ ਜਿਹੇ ਰੰਗ ਬਰੰਗੇ ਨੇ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਨੇ। ਜਦੋਂ ਪਰਮੇਸ਼ਵਰ ਇਸ ਪ੍ਰਿਥਵੀ 'ਚ ਆਏ, ਉਹਨਾਂ ਨੇ ਸੇਵਾ ਕੀਤੀ, ਉਹਨਾਂ ਨੇ ਬਿਮਾਰਾਂ ਨੂੰ ਚੰਗਾ ਕੀਤਾ, ਲੰਗੜਿਆਂ ਨੂੰ ਚਲਾਇਆ, ਅੰਨ੍ਹਿਆਂ ਨੂੰ ਅੱਖਾਂ ਦਿੱਤੀ, ਕੋੜੀਆਂ ਨੂੰ ਸਾਫ਼ ਕੀਤਾ। ਬਹੁਤ ਸਾਰੇ ਮਿਰਕਲਸ ਯੀਸ਼ੂ ਮਸੀਹ ਨੇ ਕੀਤੇ। ਪਾਣੀ 'ਤੇ ਚੱਲ ਕੇ ਦਿਖਾਇਆ। 12 ਸਾਲ ਦੀ ਰੋਗਣ ਨੂੰ ਲਹੂ ਬਹਿਣ ਦੀ ਬਿਮਾਰੀ ਤੋਂ ਚੰਗਾ ਕੀਤਾ। 38 ਸਾਲ ਦੇ ਮਰੀਜ਼ ਨੂੰ ਠੀਕ ਕੀਤਾ। ਬਹੁਤ ਕੁਝ ਯੀਸ਼ੂ ਮਸੀਹ ਜੀ ਨੇ ਕੀਤਾ। ਭੀੜ ਦੇ ਵਿੱਚ ਵੀ ਕੀਤਾ, ਇਕਾਂਤ ਦੇ ਵਿੱਚ ਵੀ ਚਮਤਕਾਰ ਕੀਤਾ, ਸੇਵਾ ਕੀਤੀ। ਬਟ ਜਦੋਂ ਯੀਸ਼ੂ ਮਸੀਹ ਦੇ ਕੋਲ ਲੋਕ ਆਉਂਦੇ ਸੀ ਤਾਂ ਸੇਮ ਨੇਚਰ, ਸੇਮ ਬਲੀਵ, ਸੇਮ ਫੇਥ ਦੇ ਨਹੀਂ ਸੀ ਆਉਂਦੇ। ਭੀੜ ਦੇ ਵਿੱਚ ਇਹੋ ਜਿਹੇ ਲੋਕ ਵੀ ਸੀ ਜਿਹੜੇ ਬਹੁਤ ਦੁਖੀ ਸੀਗੇ ਔਰ ਚੰਗਾਈ ਲੈਣ ਦੇ ਲਈ ਆਉਂਦੇ ਸੀ। ਭੀੜ ਦੇ ਵਿੱਚ ਇਹੋ ਜਿਹੇ ਲੋਕ ਵੀ ਸ਼ਾਮਿਲ ਸੀਗੇ ਜਿਹੜੇ ਕਹਿੰਦੇ ਕਿਹੜੀ ਘੜੀ ਹੋਵੇ ਇਹ ਆਪਣੇ ਮੂੰਹ 'ਚ ਕੋਈ ਇੱਦਾਂ ਦੀ ਗੱਲ ਕੱਢੇ ਜਿਹਦੇ ਨਾਲ ਅਸੀਂ ਇਹਨੂੰ ਫੜ ਕੇ ਦੋਸ਼ੀ ਠਹਿਰਾਈਏ ਔਰ ਕਹੀਏ ਕਿ ਇਹ ਗਲਤ ਪ੍ਰਚਾਰ ਕਰਦਾ ਹੈ, ਇਹ ਗਲਤ ਬੋਲਦਾ ਹੈ, ਇਹ ਮਸੀਹਾ ਨਹੀਂ ਹੈ। ਬਹੁਤ ਸਾਰੇ ਭੀੜ ਦੇ ਵਿੱਚ ਇਹੋ ਜਿਹੇ ਲੋਕ ਵੀ ਸੀ ਜੋ ਉਹਦਾ ਫੋਲਟ ਲੱਭਦੇ ਸੀ, ਉਹਨੂੰ ਦੋਸ਼ੀ ਠਹਿਰਾਉਣ ਵਾਸਤੇ ਤਿਆਰ ਸੀਗੇ। ਬਹੁਤ ਸਾਰੇ ਭੀੜ ਦੇ ਵਿੱਚ ਇਹੋ ਜਿਹੇ ਵੀ ਸੀਗੇ ਜਿਹਨੇ ਸੁਣ ਕੇ ਆਏ ਸੀ ਕਿ ਉੱਥੇ ਦੇਖੋ, ਉੱਥੇ ਮਸੀਹ ਆਇਆ, ਦੇਖੋ ਉੱਥੇ ਚਮਤਕਾਰ ਹੋ ਰਿਹਾ, ਦੇਖੋ ਉੱਥੇ ਇਹ ਹੋ ਰਿਹਾ। ਬਹੁਤ ਸਾਰੇ ਲੋਕ ਵੇਖਣ ਵਾਸਤੇ ਵੀ ਆਏ ਸੀ ਕਿ ਦੇਖੀਏ ਮਸੀਹਾ ਕਿਹੋ ਜਿਹਾ ਹੈ, ਕਿਹੋ ਜਿਹਾ ਪਰਮੇਸ਼ਵਰ ਹੈ, ਕਿੱਦਾਂ ਉਹ ਚੰਗਾਈ ਕਰਦਾ ਹੈ, ਕਿੱਦਾਂ ਉਹ ਪਾਪਾਂ ਨੂੰ ਮਾਫ ਕਰ ਸਕਦਾ ਹੈ, ਕਿੱਦਾਂ ਉਹ ਇੱਕ ਕੋੜੀ ਨੂੰ, ਕਿੱਦਾਂ ਉਹ ਮਰੀਜ਼ ਨੂੰ, ਕਿੱਦਾਂ ਪੈਰਾਲਾਈਜ਼ਡ ਬੰਦੇ ਨੂੰ ਕਹਿ ਸਕਦਾ ਹੈ ਉੱਠ ਆਪਣੀ ਮੰਜੀ ਚੁੱਕ ਤੇ ਘਰ ਨੂੰ ਚਲਿਆ ਜਾ, ਕਿੱਦਾਂ ਕਹਿ ਸਕਦਾ। ਕਈ ਲੋਕ ਇਹ ਵੀ ਵੇਖਣ ਆਏ ਸੀ ਕਿ ਇਹ ਸੱਚ ਹੈ। ਭੀੜ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀ ਦੁਨੀਆ ਸੀ। ਅੱਜ ਵੀ ਸੇਮ ਉਸੇ ਤਰ੍ਹਾਂ ਦੀ ਤਰ੍ਹਾਂ ਦੀ ਦੁਨੀਆ। ਅੱਜ ਵੀ ਕਈ ਲੋਕ ਸੁਣ ਕੇ ਵੀ ਵਿਸ਼ਵਾਸ ਨਹੀਂ ਕਰਦੇ। ਉਹਨਾਂ ਨੂੰ ਪਤਾ ਯੀਸ਼ੂ ਮਸੀਹ ਅੱਜ ਪੈਦਾ ਹੋਇਆ, ਉਹਨੇ ਚਰਨੀ 'ਚ ਜਨਮ ਲਿਆ, ਉਹਨੇ ਸਾਡੇ ਪਾਪ ਉਠਾ ਲਏ ਔਰ ਉਸ ਤੋਂ ਬਿਨਾਂ ਕੋਈ ਪਾਪ ਮਾਫ ਨਹੀਂ ਕਰ ਸਕਦਾ। ਲੇਕਿਨ ਉਹਨਾਂ ਦਾ ਹਾਰਟ, ਮਨ ਕਠੋਰ ਆ, ਹਿਰਦੇ ਕਠੋਰ ਆ,
ਡਰ ਆ ਅੰਦਰ, ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਰੋਕ ਕੇ ਰੱਖਦੀ ਹੈ ਪਰਮੇਸ਼ਰ ਦੇ ਵਿੱਚ ਆਉਣ ਤੋਂ। ਕੋਈ ਬੰਧਨ, ਕੋਈ ਸ਼ੈਤਾਨ ਦੀਆਂ ਚਾਲਾਂ, ਕੋਈ ਉਹਨਾਂ ਦੇ ਆਪ ਕੰਮ, ਕੋਈ ਘਰਦਿਆਂ ਦਾ ਡਰ, ਰਿਸ਼ਤੇਦਾਰਾਂ ਦਾ ਡਰ, ਲੋਕਾਂ ਦਾ ਡਰ, ਫੈਮਿਲੀ ਦਾ ਡਰ। ਕੀ ਕਹਿਣਗੇ ਸਾਨੂੰ ਇਹ ਲੋਕ? ਕੀ ਕਹਿਣਗੇ ਜਦੋਂ ਅਸੀਂ ਚਰਚ ਚਲੇ ਗਏ, ਜੇ ਅਸੀਂ ਯੀਸ਼ੂ ਮਸੀਹ ਨੂੰ ਮੰਨਣ ਲੱਗ ਗਏ, ਜੇ ਅਸੀਂ ਕ੍ਰਿਸਚਨਾਂ ਵੱਲ ਚਲੇ ਗਏ? ਇਹ ਲੋਕ ਕੀ ਕਹਿਣਗੇ? ਮੇਰੇ ਰਿਸ਼ਤੇਦਾਰ ਮੈਨੂੰ ਕੋਈ ਕਹੇਗਾ, ਇਹ ਸਾਨੂੰ ਬੁਲਾਉਣਾ ਛੱਡ ਦੇਣਗੇ, ਇਹ ਸਾਨੂੰ ਮਰਿਆ ਤੇ ਨਹੀਂ ਬੁਲਾਉਣਗੇ, ਸਾਨੂੰ ਜੰਮਿਆ ਤਾਂ ਨਹੀਂ ਬੁਲਾਉਣਗੇ, ਸਾਨੂੰ ਇੱਦਾਂ ਨਹੀਂ ਬੁਲਾਉਣਗੇ। ਡਰ ਰੱਖਦੇ ਆ ਮਨ 'ਚ, ਇਸ ਕਰਕੇ ਯੀਸ਼ੂ ਮਸੀਹ ਦੇ ਕੋਲ ਨਹੀਂ ਆਉਂਦੇ। ਪਤਾ ਹੈ ਕਿ ਯੀਸ਼ੂ ਹੀ ਚੰਗਾ ਕਰੇਗਾ, ਪਤਾ ਹੈ, ਔਰ ਇਹ ਵੀ ਪਤਾ ਹੈ ਉਹ ਤੋਂ ਬਿਨਾਂ ਕੋਈ ਬਰਕਤ, ਉਹ ਤੋਂ ਬਿਨਾਂ ਕੋਈ ਸਾਨੂੰ ਖੜਾ ਨਹੀਂ ਕਰ ਸਕਦਾ। ਜੋ ਮਿਰਕਲਸ ਤੁਸੀਂ ਅੱਜ ਦੇਖ ਰਹੇ ਹੋ, ਜੋ ਗਵਾਹੀਆਂ ਲੋਕਾਂ ਦੀ ਅੱਜ ਤੁਸੀਂ ਸੁਣ ਰਹੇ ਹੋ, ਜੋ ਪਰਮੇਸ਼ਵਰ ਦਾ ਨਾਮ ਜਗਤ ਦੇ ਵਿੱਚ 2020, 2019, 2018 ਪਾਸਟ ਸਾਲਾਂ 'ਚ ਦੇਖੋ, ਜਿੰਨਾ ਪਰਮੇਸ਼ਵਰ ਦੇ ਦਾਸ ਖੜੇ ਹੋਏ ਨੇ, ਜਿੰਨੇ ਲੋਕ ਖੜੇ ਹੋਏ ਨੇ, ਮੈਂ ਵੀ ਖੜੀ ਹੋਈ, ਤੁਸੀਂ ਵੀ ਖੜੇ ਹੋਣਾ, ਤੁਸੀਂ ਖੜੇ ਵੀ ਹੋ ਚੁੱਕੇ, ਕਈ ਮੇਰੇ ਤੋਂ ਵੱਧ ਸੇਵਾ ਕਰਦੇ। ਦੇਖੋ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਕਿੱਦਾਂ ਇਹਨਾਂ ਸਾਲਾਂ ਦੇ ਵਿੱਚ ਖੜਾ ਕਰਤਾ, ਕਿੱਦਾਂ ਆਪਣੀ ਆਤਮਾ ਨਾਲ ਭਰ ਦਿੱਤਾ ਕਿ ਉੱਠੋ, ਕੰਮ ਕਰੋ, ਮੇਰੇ ਨਾਮ ਦਾ ਪ੍ਰਚਾਰ ਕਰੋ, ਔਰ ਜਾਓ ਲੋਕਾਂ ਨੂੰ ਜਾ ਕੇ ਦੱਸੋ, ਔਰ ਲੋਕਾਂ ਨੂੰ ਬਚਾਓ। ਔਰ ਦੇਖੀਏ ਪਰਮੇਸ਼ਵਰ ਦਾ ਇੰਨਾ ਕੰਮ, ਉਹਨੇ ਕਿਹਾ ਜਦ ਤੱਕ ਦੁਨੀਆ ਦੇ ਹਰ ਕੋਨੇ 'ਚ ਜਾਓ, ਜਦ ਤੱਕ ਹਰ ਇੱਕ ਘੁਟਨਾ ਟਿਕ ਨਹੀਂ ਜਾਂਦਾ, ਹਰ ਇੱਕ ਜ਼ੁਬਾਨ ਇਕਰਾਰ ਨਹੀਂ ਕਰ ਲੇਗੀ ਕਿ ਯੀਸ਼ੂ ਹੀ ਪ੍ਰਭੂ ਹੈ, ਤਦ ਤੱਕ ਮੈਂ ਕਿੱਦਾਂ ਆ ਜਾਵਾਂ? ਕਿਉਂਕਿ ਜਦੋਂ ਉਹਨੇ ਨਿਆਂ ਕਰਨਾ ਹੈ, ਕੋਈ ਕਹਿ ਨਾ ਸਕੇ ਮੈਂ ਤਾਂ ਤੇਰੇ ਨਾਮ ਨੂੰ ਜਾਣਦਾ ਹੀ ਨਹੀਂ। ਜਦੋਂ ਪਰਮੇਸ਼ਰ ਨੇ ਨਿਆਂ ਕਰਨਾ, ਹਾਂ ਵੀ ਕਾਕਾ, ਹਾਂ ਵੀ ਕਾਕੀ, ਕੀ ਕਰਕੇ ਆਇਆ, ਕੀ ਕੀਤਾ ਆਪਣੀ ਜ਼ਿੰਦਗੀ 'ਚ, ਕਿਹਨੂੰ ਆਸ਼ੀਸ਼ ਦਿੱਤੀ ਆ, ਕਿਹਨੂੰ ਸ਼ਰਾਪ ਦਿੱਤਾ ਹੈ, ਕਿਹਨੂੰ ਬਰਕਤ ਦਿੱਤੀ, ਆਪਣੀ ਜ਼ਿੰਦਗੀ 'ਚ ਕੀ ਕਮਾਇਆ ਈ? ਸਰੀਰ 'ਚ ਤਾਂ ਬਹੁਤ ਕੁਝ ਕਮਾ ਲਿਆ, ਆਤਮਾ ਦੇ ਵਿੱਚ ਕੀ ਕਮਾਇਆ ਈ? ਮੇਰੇ ਨਾਲ ਕਿੰਨੀ ਕੁ ਸੰਗਤੀ ਰੱਖੀ ਆ, ਮੇਰਾ ਕਿੰਨਾ ਕੁ ਧੰਨਵਾਦ ਕੀਤਾ ਈ? ਉਦੋਂ ਤੁਸੀਂ ਇਹ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਤੂੰ ਵੀ ਇੱਕ ਪਰਮੇਸ਼ਵਰ ਹੈ, ਤੂੰ ਵੀ ਉਹ ਖੁਦਾਵੰਦ ਖੁਦਾ ਹੈ, ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਡਾਕਟਰਾਂ ਦਾ ਡਾਕਟਰ, ਹਕੀਮਾਂ ਦਾ ਹਕੀਮ, ਵੈਦਾਂ ਦਾ ਵੈਦ, ਤੂੰ ਵੀ ਹੈਗਾ ਇੱਕ ਜਿਹਦੇ ਬਾਰੇ ਅਸੀਂ ਸੁਣਿਆ ਹੀ ਨਹੀਂ ਸੀ। ਕਿਤੇ ਤੁਸੀਂ ਇੱਦਾਂ ਨਾ ਕਹਿ ਦਿਓ। ਇਸੇ ਲਈ ਉਹਨੇ ਛੋਟੇ ਤੋਂ ਛੋਟੇ ਬੱਚੇ ਨੂੰ, ਵੱਡੇ ਤੋਂ ਵੱਡੇ ਬਜ਼ੁਰਗ ਨੂੰ ਚੁਣ ਲਿਆ ਤਾਂ ਕਿ ਕੀ ਕਰਨ? ਮੇਰਾ ਨਾਮ ਨੂੰ ਉੱਚਾ ਕਰਨ। ਅੰਤ ਦੇ ਦਿਨ ਵਿੱਚ ਪਰਮੇਸ਼ਰ ਕਹਿੰਦਾ ਮੈਂ ਆਪਣੀ ਆਤਮਾ, ਬਾਈਬਲ ਬਿਆਨ ਕਰਦੀ ਕਹਿੰਦਾ ਅੰਤ ਦੇ ਦਿਨਾਂ ਦੇ ਵਿੱਚ ਮੈਂ ਆਪਣੀ ਆਤਮਾ ਸਭ ਮਨੁੱਖੇ, ਸਭ ਪ੍ਰਾਣੀਆਂ ਉੱਤੇ ਉੰਡੇਲਾਂਗਾ। ਉਹ ਨਬੂਵਤ ਕਰਨਗੇ, ਸੁਪਨੇ ਵੇਖਣਗੇ, ਦਰਸ਼ਨ ਵੇਖਣਗੇ, ਪਰਮੇਸ਼ਰ ਦੇ ਵੱਡੇ ਵੱਡੇ ਕੰਮਾਂ ਨੂੰ ਕਰਨਗੇ। ਤਦ ਕਿੱਥੇ ਜਾਣਗੇ ਲੋਕ? ਜਦੋਂ ਸਾਰੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਨਗੇ। ਕੋਈ ਵੀ ਨਹੀਂ ਕਹਿ ਸਕੇਗਾ ਕਿ ਅਸੀਂ ਨਹੀਂ ਸੁਣਿਆ। ਉਹ ਇਹ ਕਹਿਣਗੇ ਅਸੀਂ ਸੁਣਿਆ ਤੇ ਸੀ, ਪਰ ਅਸੀਂ ਵਿਸ਼ਵਾਸ ਨਹੀਂ ਕੀਤਾ, ਅਸੀਂ ਮੰਨੇ ਨਹੀਂ, ਅਸੀਂ ਵਾਪਿਸ ਨਹੀਂ ਆਏ, ਅਸੀਂ ਆਪਣੇ ਹੀ ਕੰਮਾਂ ਵਿੱਚ ਰੁੱਝੇ ਰਹੇ, ਅਸੀਂ ਆਪਣੀ ਹੀ ਜ਼ਿੰਦਗੀ ਜੀਂਦੇ ਰਹੇ, ਅਸੀਂ ਆਪਣੇ ਹੀ ਕੰਮ ਕਰਦੇ ਰਹੇ, ਔਰ ਅਸੀਂ ਅੱਜ ਖਤਮ ਜ਼ਿੰਦਗੀ ਕਰਕੇ ਤੇਰੇ ਕੋ ਆ ਗਏ। ਅੱਜ ਸਮਾਂ ਹੈ ਤੁਹਾਡੇ ਕੋਲੋਂ, ਉਹ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਜ਼ਮੀਨ ਅਸਮਾਨ ਦਾ ਮਾਲਿਕ। ਤੁਸੀਂ ਤੇ ਸਿਰਫ ਇੱਕ ਕੋਠੀ ਦੇ ਮਾਲਿਕ ਹੋ ਸਕਦੇ ਹੋ, ਇੱਕ ਗੱਡੀ ਦੇ ਮਾਲਿਕ ਹੋ ਸਕਦੇ ਹੋ, ਵੱਧ ਤੋਂ ਵੱਧ 10 ਲੱਖ, 5 ਲੱਖ, 20 ਲੱਖ, 22 ਲੱਖ, 50 ਲੱਖ, ਚਲੋ 1 ਕਰੋੜ ਦੇ ਮਾਲਿਕ ਹੋ ਸਕਦੇ ਹੋ। ਉਹ ਜਿਹੜਾ ਮਾਲਿਕ ਹੈ, ਜ਼ਮੀਨ ਦਾ ਮਾਲਿਕ ਹੈ। ਪੂਰੀ ਜ਼ਮੀਨ ਦੇਖ ਲਓ ਕਿੰਨੀ ਵੱਡੀ ਹੈ, ਜ਼ਮੀਨ ਦੇਖ ਲਓ ਕਿੰਨੀ ਵੱਡੀ ਹੈ, ਅਸਮਾਨ ਦੇਖ ਲਓ ਕਿੰਨਾ ਵੱਡਾ ਹੈ। ਉਹਦਾ ਮਾਲਿਕ ਸਭ ਕੁਝ ਛੱਡ ਕੇ, ਸਭ ਕੁਝ ਛੱਡ ਕੇ, ਸਵਰਗ ਛੱਡ ਕੇ, ਸਰਗ ਦੇ ਹਮ ਸਾਰੇ ਛੱਡ ਕੇ, ਜ਼ਮੀਨ ਦਾ ਮਾਲਿਕ, ਸਵਰਗ ਦਾ ਮਾਲਿਕ, ਸਭ ਕੁਝ ਆਪਣਾ ਉੱਪਰ ਛੱਡ ਕੇ ਤੁਹਾਡੀ ਤੇ ਮੇਰੀ ਖਾਤਰ ਦੁੱਖ ਝੱਲਣ ਦੇ ਲਈ ਥੱਲੇ ਆ ਗਿਆ, ਧਰਤੀ ਤੇ ਪੈਦਾ ਹੋ ਗਿਆ। ਇੱਕ ਖੁਰਲੀ 'ਚ, ਖੁਰਲੀ ਬਹੁਤ ਸਾਫ਼ ਜਗ੍ਹਾ, ਕੀ ਸੋਚਦੇ ਤੁਸੀਂ? ਖੁਰਲੀ ਬਹੁਤ ਸਾਫ਼ ਜਗ੍ਹਾ, ਉੱਥੇ ਪੈਦਾ ਹੋ ਗਿਆ। ਆਪਣੇ ਆਪ ਨੂੰ ਇੰਨਾ ਉਹਨੇ ਨੀਵਾਂ ਕਰ ਲਿਆ ਕਿ ਮੈਨੂੰ ਕੋਈ ਐ ਨਾ ਕਹਿ ਦੇ ਕਿ ਪਰਮੇਸ਼ਰ ਅਸੀਂ ਤਾਂ ਤੈਨੂੰ ਦੇਖਿਆ ਹੀ ਨਹੀਂ, ਤੂੰ ਕਦੋਂ ਪੈਦਾ ਹੋਇਆ, ਤੂੰ ਕਿੱਥੇ ਪੈਦਾ ਹੋਇਆ? ਉਹਨੇ ਉੱਥੇ ਪੈਦਾ ਕੀਤਾ ਆਪਣੇ ਆਪ ਨੂੰ। ਔਰ ਦੇਖੋ ਇੱਕ ਕੁਵਾਰੀ ਤੋਂ ਉਸਨੇ ਜਨਮ ਲਿਆ। ਕਿੱਡੀ ਵੱਡੀ ਪਲੈਨਿੰਗ ਹੈ ਪਿਤਾ ਪਰਮੇਸ਼ਵਰ ਦੀ, ਕਿੱਡੀ ਵੱਡੀ ਪਲੈਨਿੰਗ ਹੈ। ਕੁਵਾਰੀ ਤੋਂ ਜਨਮ ਲਿਆ। ਬਹੁਤ ਸਾਰੇ ਲੋਕ ਬਲੀਵ ਨਹੀਂ ਕਰਦੇ ਕਿ ਇੱਕ ਕੁਵਾਰੀ ਬਿਨਾਂ ਕਿਸੇ ਰਿਲੇਸ਼ਨ ਦੇ ਹਸਬੈਂਡ ਦੇ ਨਾਲ
ਕਿਸੇ ਮੁੰਡੇ ਦੇ ਨਾਲ, ਬਿਨਾਂ ਕਿਸੇ ਰਿਲੇਸ਼ਨ ਦੇ ਨਾਲ, ਕਿਸੇ ਨੂੰ ਜਾਣੇ ਬਿਨਾਂ ਇੱਕ ਕੁਵਾਰੀ, ਬਿਨਾਂ ਟਚਿੰਗ ਦੇ, ਬਿਨਾਂ ਦੇਖੇ ਕਿਸੇ ਇਨਸਾਨ ਦੇ ਵੱਲ, ਮਰਦ ਦੇ ਵੱਲ, ਕਿੱਦਾਂ ਉਹ ਇੱਕ ਬੱਚਾ ਪੈਦਾ ਕਰ ਸਕਦੀ ਹੈ? ਹੈਰਾਨਗੀ ਦੀ ਗੱਲ ਹੈ, ਬਟ ਇੱਦਾਂ ਹੋਇਆ। ਬਾਈਬਲ ਕਹਿੰਦੀ ਹੈ, ਪ੍ਰੂਫ ਹੈ, ਬਾਈਬਲ 'ਚ ਪ੍ਰੂਫ ਹੈ। ਇਹ ਜੋ ਲਿਖਿਆ ਗਿਆ ਪਰਮੇਸ਼ਰ ਦਾ ਵਚਨ ਹੈ, ਇਹ ਜੋ ਬਾਈਬਲ ਸਾਡੇ ਹੱਥਾਂ ਦੇ ਵਿੱਚ ਹੈ, ਪਵਿੱਤਰ ਬਾਈਬਲ, ਪਵਿੱਤਰ ਵਚਨ, ਇਹ ਪਰਮੇਸ਼ਰ ਦੇ ਪ੍ਰੇਰਨਾ ਦੇ ਅਨੁਸਾਰ ਲਿਖਿਆ ਗਿਆ। ਪਰਮੇਸ਼ਰ ਨੇ ਆਪਣੀ ਸਾਹ, ਜਿੱਦਾਂ ਆਪਣਾ ਸਾਹ ਆਦਮ ਦੇ ਵਿੱਚ ਫੂਕ ਕੇ ਇੱਕ ਜੀਵਤ ਪ੍ਰਾਣੀ ਉਸ ਨੂੰ ਬਣਾ ਦਿੱਤਾ, ਉਦਾਂ ਹੀ ਉਹਨੇ ਆਪਣੇ ਸਾਹ ਇੱਥੇ ਫੂਕੇ ਹੈ। ਇਹ ਉਹਦੇ ਸਵਾਸ ਦੇ ਦੁਆਰਾ ਰਚਿਆ ਗਿਆ। ਇੱਥੇ ਕੀ ਲਿਖਿਆ? ਮਤੀ ਦੀ ਅੰਜੀਲ ਉਹਦਾ ਪਹਿਲਾ ਬਾਪ। ਪੜ੍ਹੋ, ਆਪਣੀ ਬਾਈਬਲਾਂ ਨੂੰ ਖੋਲੋ, ਪੜ੍ਹੋ, ਫੋਨ ਦੇ ਵਿੱਚ ਡਾਊਨਲੋਡ ਕਰੋ, ਫੋਨ 'ਚ ਪੜ੍ਹ ਲਓ, ਨਹੀਂ ਤੁਹਾਡੇ ਘਰਾਂ ਦੇ ਵਿੱਚ ਮੈਨੂੰ ਮੈਸੇਜ ਕਰੋ, ਅਸੀਂ ਤੁਹਾਨੂੰ ਬਾਈਬਲ ਦੇਵਾਂਗੇ। ਬਹੁਤ ਪਰਮੇਸ਼ਰ ਦਾ ਪ੍ਰਚਾਰ ਜਿਹੜਾ ਹੋਵੇਗਾ ਉਹ ਬਾਈਬਲ ਦੇ ਥਰੂ ਹੋਏਗਾ। ਜੇ ਵਚਨ ਹੀ ਤੁਹਾਡੇ ਕੋਲ ਨਹੀਂ, ਤੁਸੀਂ ਕਿੱਦਾਂ ਜਾਣ ਲਓਗੇ? 1:18 ਵਿੱਚ ਕੀ लिखा है? यीशु मसीह का जन्म इस प्रकार से हुआ कि जब उसकी माता मरियम की मंगनी यूसुफ के साथ हो गई तो उनके इकट्ठा होने से पहले ही वह पवित्र आत्मा की ओर से गर्भवती पाई गई। किदे नाल गर्भवती पाई गई? पवित्र आत्मा की ओर से। पवित्र आत्मा कौन है? परमेश्वर है। पवित्र आत्मा जो परमेश्वर ने क्रूस उठा के सलीब ते जान दे के तीसरे दिन मुर्दिਆਂ ਵਿੱਚੋਂ ਜੀ ਉੱਠ ਗਏ ਸੀਗੇ ਤੇ ਕਹਿੰਦੇ ਕਿ ਮੈਂ ਚੱਲਾਂ ਤੇ ਮੈਂ ਤੁਹਾਡੇ ਲਈ ਇੱਕ ਸਹਾਇਕ ਭੇਜਾਂਗਾ। ਉਹ ਸਹਾਇਕ ਪਵਿੱਤਰ ਆਤਮਾ ਹੈ ਜਿਹੜਾ ਤੁਹਾਡਾ ਹਰ ਵਕਤ ਤੁਹਾਡੇ ਨਾਲ ਰਹੇਗਾ, ਤੁਹਾਡੀ ਮਦਦ ਕਰੇਗਾ, ਤੁਹਾਡੀ ਸਹਾਇਤਾ ਕਰੇਗਾ। ਉਹ ਪਵਿੱਤਰ ਆਤਮਾ ਦੇ ਨਾਲ ਭਰ ਗਈ ਔਰ ਪਵਿੱਤਰ ਆਤਮਾ ਤੋਂ ਉਹ ਗਰਭਵਤੀ ਹੋਈ। ਔਰ ਵਿਦ ਗੋਡ ਐਵਰੀਥਿੰਗ ਇਜ਼ ਪੋਸੀਬਲ। ਪਰਮੇਸ਼ਰ ਤੋਂ ਸਭ ਕੁਝ ਹੋ ਸਕਦਾ ਹੈ। ਇਹ ਇਨਸਾਨ ਦੇ ਵੱਸ 'ਚ ਨਹੀਂ ਹੈ ਗੱਲ, ਇਨਸਾਨ ਨਹੀਂ ਕਰ ਸਕਦਾ। ਕੋਈ ਲੇਡੀ ਇਸ ਦੁਨੀਆ ਦੀ ਕੁਵਾਰੀ ਜਨਮ ਨਹੀਂ ਦੇ ਸਕਦੀ, ਲੇਕਿਨ ਪਰਮੇਸ਼ਰ ਦੀ ਪਵਿੱਤਰ ਆਤਮਾ ਦੇ ਅਨੁਸਾਰ ਉਸ ਮਾਤਾ ਮਰੀਅਮ ਨੂੰ ਪਰਮੇਸ਼ਰ ਨੇ ਚੁਣਿਆ, ਇੱਕ ਧਨ ਔਰਤ ਜਾਣਿਆ। ਉਸ ਨਗਰ ਦੇ ਵਿੱਚ ਪਰਮੇਸ਼ਰ ਨੂੰ ਲੱਗਾ ਇਹ ਧਨ ਔਰਤ ਹੈ, ਇਹ ਬਿਨਾਂ ਪਾਪ ਤੋਂ ਹੈ, ਬਿਨਾਂ ਕੁਧਰਮ ਤੋਂ ਹੈ, ਇਹ ਪਵਿੱਤਰ ਲੇਡੀ ਹੈ। ਉਹਦੇ ਅੰਦਰ ਕੁਆਲਿਟੀਜ਼ ਨੂੰ ਦੇਖਿਆ ਔਰ ਉਹਦੇ ਤੋਂ ਕੀ ਕੀਤਾ? ਜਨਮ ਲਿਆ ਯੀਸ਼ੂ ਮਸੀਹ ਨੇ। ਅੱਜ ਕਿੰਨੀਆਂ ਕੁ ਲੇਡੀਜ਼ ਪਵਿੱਤਰ ਹੈ, ਕਿੰਨੀ ਕੁ ਲੇਡੀਜ਼ ਧਨ ਹੈ, ਕਿੰਨੀਆਂ ਕੁ ਲੇਡੀਜ਼ ਕੁਧਰਮ ਤੋਂ ਬਚੀਆਂ ਹੋਈਆਂ, ਕਿੰਨੀ ਮਾਤਾ ਮਰੀਅਮ 'ਚ ਕੋਈ ਗੱਲ ਖਾਸ ਲੱਭੀ ਨਾ ਪਰਮੇਸ਼ਰ ਨੂੰ ਜਿਹਦੇ ਕਰਕੇ ਉਹਨਾਂ ਨੇ ਉਹਦੇ 'ਚ ਜਨਮ ਲਿਆ। ਨਹੀਂ ਤਾਂ ਬਹੁਤ ਸਾਰੀ ਲੇਡੀਜ਼ ਹੋਰ ਵੀ ਸੀਗੀਆਂ, ਬਟ ਪਰਮੇਸ਼ਰ ਨੂੰ ਪਤਾ ਸੀਗਾ ਜਦੋਂ ਇਹਨੂੰ ਪਤਾ ਲੱਗੇਗਾ ਕਿ ਮੈਂ ਗਰਭਵਤੀ ਹਾਂ, ਇਹ ਪਰੇਸ਼ਾਨ ਨਹੀਂ ਹੋਏਗੀ, ਇਹ ਮੈਨੂੰ ਗਾਲਾਂ ਨਹੀਂ ਕੱਢੇਗੀ, ਇਹ ਮੈਨੂੰ ਧੱਕਾਰੇਗੀ ਨਹੀਂ, ਇਹ ਮੈਨੂੰ ਕੋਸੇਗੀ ਨਹੀਂ, ਇਹ ਮੈਨੂੰ ਪੁੱਛੇਗੀ ਨਹੀਂ ਕਿ ਇਹ ਕੀ ਕਰ ਦਿੱਤਾ ਤੂੰ ਮੇਰੇ ਨਾਲ ਪਰਮੇਸ਼ਰ। ਮੈਨੂੰ ਤੇ ਲੋਕਾਂ ਨੇ ਬਦਨਾਮ ਹੀ ਬੜਾ ਕਰਨਾ ਹੈ, ਮੈਨੂੰ ਤੇ ਕਿੱਥੇ ਕਿਸੇ ਨੇ ਸੁਸਾਇਟੀ ਦੇ ਵਿੱਚ ਰਹਿਣ ਹੀ ਨਹੀਂ ਦੇਣਾ, ਮੈਨੂੰ ਤੇ ਮੇਰੇ ਜਿਹਦੇ ਨਾਲ ਮੇਰੀ ਮੰਗਣੀ ਹੋ ਗਈ ਉਹਨੇ ਹੀ ਨਹੀਂ ਛੱਡਣਾ, ਉਹਨੇ ਕਹਿਣਾ ਕਿ ਤੂੰ ਕਿਹਦਾ ਬੇਬੀ ਤੇਰੇ ਪੇਟ 'ਚ ਆ ਗਿਆ। ਲੇਕਿਨ ਉਹ ਪਰਮੇਸ਼ਰ ਨੇ ਇੰਨਾ ਪਿਆਰ ਕਰਦੀ ਸੀ, ਜਦੋਂ ਦੂਤ ਨੇ ਆ ਕੇ ਉਹਨੂੰ ਕਿਹਾ ਕਿ ਤੂੰ ਗਰਭਵਤੀ ਹੈ ਤੇ ਇਹਦਾ ਤੂੰ ਪੁੱਤਰ ਜਣੇਗੀ ਔਰ ਤੂੰ ਇਸ ਦਾ ਨਾਮ ਇਹ ਰੱਖੀ, ਇਮਾਨੂਅਲ ਰੱਖੀ, ਯੀਸ਼ੂ ਰੱਖੀ, ਤੇ ਕੀ ਉਹ ਡਰੀ ਨਹੀਂ? ਉਹਨੇ ਕੋਈ ਨਹੀਂ ਕੁਐਸਚਨ ਪੁੱਛਿਆ, ਉਹ ਐਗਰੀ ਹੋ ਗਈ। ਕਿਉਂ? ਉਹਨੂੰ ਪਤਾ ਸੀ ਇਹ ਪਰਮੇਸ਼ਰ ਵੱਲੋਂ ਸੰਦੇਸ਼ ਆਇਆ, ਇਹ ਪਰਮੇਸ਼ਰ ਦਾ ਹੁਕਮ ਹੈ ਕਿ ਮੈਨੂੰ ਇਸ ਨੂੰ ਮੰਨਣਾ ਹੈ। ਜਦੋਂ ਅਬਰਾਹਮ ਨੂੰ ਆਵਾਜ਼ ਪਈ ਕਿ ਅਬਰਾਹਮ ਮੈਨੂੰ ਆਪਣੇ ਪੁੱਤਰ ਨੂੰ ਉੱਥੇ ਲੈ ਆ, ਪਹਾੜ ਦੇ ਉੱਤੇ ਵੇਦੀ ਤੇ ਚੜਾ ਦੇ ਉਹਨੂੰ। ਅਬਰਾਹਮ ਸਵੇਰੇ ਉੱਠਿਆ, ਮੁੰਡੇ ਆਪਣੇ ਨੂੰ ਲਿਆ, ਲੱਕੜਾਂ ਲਈਆਂ, ਸਭ ਕੁਝ ਬਾਲਣ ਵਾਸਤੇ ਲਿਆ, ਸਭ ਕੁਝ ਤਿਆਰੀ ਕਰਕੇ ਚਲ ਗਿਆ ਉੱਥੇ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਵਾਸਤੇ, ਇਜ਼ਹਾਕ ਦੀ। ਤੇ ਜਦੋਂ ਦੇਣ ਲੱਗਾ ਤਾਂ ਪਰਮੇਸ਼ਰ ਨੇ ਕਿਹਾ ਅਬਰਾਹਮ ਰੁਕ ਜਾ, ਇਹਦੇ ਉੱਤੇ ਨਾ ਹਥਿਆਰ ਨਾ ਚਲਾਈ, ਮੈਂ ਇੱਕ ਮੇਮਨੇ ਨੂੰ ਤੇਰੇ ਵਾਸਤੇ ਤਿਆਰ ਕੀਤਾ, ਉਹਦੀ ਕੁਰਬਾਨੀ ਚੜਾ। ਮੈਂ ਤੇਰਾ ਵਿਸ਼ਵਾਸ ਵੇਖਣਾ ਚਾਹੁੰਦਾ ਸੀ, ਅੱਜ ਮੈਂ ਤੇਰਾ ਵਿਸ਼ਵਾਸ ਨੂੰ ਹੋਰ ਪਰਖ ਲਿਆ। ਤੂੰ ਪਹਿਲਾਂ ਵੀ ਸਿੱਧ ਨਿਕਲਿਆ ਜਦੋਂ ਮੈਂ ਤੈਨੂੰ ਕਿਹਾ ਆਪਣੇ ਸਾਰੇ ਕੁਟੁੰਬੀ, ਆਪਣਾ ਘਰ, ਆਪਣੇ ਪਿਤਾ ਨੂੰ ਛੱਡ ਕੇ ਇਸ ਦੇਸ਼ ਤੋਂ ਚਲਾ ਜਾ, ਤੂੰ ਚਲਾ ਗਿਆ। ਅੱਜ ਮੈਂ ਤੈਨੂੰ ਆਪਣੇ ਮੁੰਡੇ ਦੀ ਕੁਰਬਾਨੀ ਦੇਣ ਨੂੰ ਕਿਹਾ, ਤੂੰ ਉਹ ਵੀ ਦੇਣ ਲੱਗ ਗਿਆ। ਕੀ ਅਬਰਾਹਮ ਦਾ ਫੇਥ ਵੇਖੋ, ਉਹਦਾ ਜ਼ਿਕਰ ਦੇਖੋ, ਨਵੇਂ ਟੈਸਟਮੈਂਟ 'ਚ ਵੀ ਹੈ ਔਰ ਪੁਰਾਣੇ ਟੈਸਟਮੈਂਟ 'ਚ ਵੀ ਉਹਦਾ ਫੇਥ, ਉਹਦਾ ਵਿਸ਼ਵਾਸ ਦੀਆਂ ਗੱਲਾਂ ਹੁੰਦੀਆਂ ਔਰ ਵਿਸ਼ਵਾਸੀਆਂ ਦਾ ਪਿਤਾ ਕਹਿੰਦੇ ਆ ਉਹਨੂੰ।
ਔਰ ਇਸ ਮਾਤਾ ਮਰੀਅਮ ਨੂੰ ਧੰਨ ਕਹਿੰਦੇ ਹੈ, ਜੋ ਔਰਤਾਂ ਦੇ ਵਿੱਚੋਂ ਗਿਣੀ ਗਈ ਇਹ ਧੰਨ ਔਰਤ ਹੈ ਜਿਹਨੇ ਇੱਕ ਪਰਮੇਸ਼ਰ ਨੂੰ ਜਨਮ ਦਿੱਤਾ ਹੈ। ਉਹ ਧੰਨ ਔਰਤ ਹੈ ਔਰ ਉਹਦੇ ਵਿੱਚ ਕੋਈ ਕੁਧਰਮ, ਕੋਈ ਪਾਪ ਵਾਲੀ, ਕੋਈ ਛਲ ਕਪਟ ਵਾਲੀ ਗੱਲ ਨਹੀਂ ਪਾਈ ਗਈ, ਇਸ ਲਈ ਉਹਨੂੰ ਚੁਣਿਆ। ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਵਿੱਤਰ ਰਹੀਏ, ਅਸੀਂ ਕੁਧਰਮ ਦੇ ਵਿੱਚ ਨਾ ਜਾਈਏ, ਅਸੀਂ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲੀਏ, ਤਾਂ ਦੇਖੋ ਸਾਡੀ ਜ਼ਿੰਦਗੀਆਂ ਦੇ ਅੰਦਰ ਵੀ ਯੀਸ਼ੂ ਮਸੀਹ ਦੀਆਂ ਗੱਲਾਂ ਪੈਦਾ ਹੋਣਗੀਆਂ, ਯੀਸ਼ੂ ਮਸੀਹ ਦੇ ਜਲਾਲ, ਯੀਸ਼ੂ ਮਸੀਹ ਦੇ ਕੰਮ, ਯੀਸ਼ੂ ਮਸੀਹ ਦੀ ਸ਼ਕਤੀ, ਯੀਸ਼ੂ ਮਸੀਹ ਦੇ ਅਧਿਕਾਰ ਸਾਡੇ ਅੰਦਰੋਂ ਨਿਕਲਣਗੇ। ਕਿਉਂ? ਪਰਮੇਸ਼ਰ ਨੇ ਸਾਨੂੰ ਇਹ ਅਧਿਕਾਰ ਦਿੱਤੇ ਹੈ ਔਰ ਅਸੀਂ ਇਸ ਯੋਗੇ ਬਣੀਏ। ਅਗਰ ਸਾਡੇ ਅੰਦਰ ਉਹ ਗੱਲਾਂ ਨਹੀਂ ਹੈ ਨਾ ਜੋ ਅਧਿਕਾਰ ਲੈਣ ਵਾਲੀਆਂ ਹੈ, ਤਾਂ ਸਾਨੂੰ ਨਹੀਂ, ਉਹ ਵਰਤਨ ਦੇ ਵਿੱਚ ਨਹੀਂ ਆਣੇ। ਜਿੰਨੀ ਦੇਰ ਅਸੀਂ ਪਵਿੱਤਰ, ਜਿੰਨੀ ਦੇਰ ਅਸੀਂ ਪਰਮੇਸ਼ਰ ਦੇ ਨਾਲ ਅੱਗੇ ਨਹੀਂ ਵਧਦੇ, ਜਿੰਨੀ ਦੇਰ ਅਸੀਂ ਵਚਨ 'ਚ ਨਹੀਂ ਵੜਦੇ, ਜਿੰਨੀ ਦੇਰ ਅਸੀਂ ਦੁਆਵਾਂ ਪ੍ਰਾਰਥਨਾ ਨਹੀਂ ਕਰਦੇ, ਉਨੀ ਦੇਰ ਅਸੀਂ ਅਧਿਕਾਰ ਇਸਤੇਮਾਲ ਨਹੀਂ ਕਰ ਸਕਦੇ। ਬਹੁਤ ਦੁਨੀਆ ਰੰਗ ਬਿਰੰਗੀ ਹੈ। ਮੈਂ ਤੁਹਾਨੂੰ ਕਿਹਾ ਕਿ ਦੁਨੀਆ ਰੰਗ ਬਿਰੰਗੀ ਹੈ ਔਰ ਰੰਗ ਬਿਰੰਗੀ ਦੁਨੀਆ 'ਚ ਹੀ ਪਰਮੇਸ਼ਰ ਨੇ ਮਾਤਾ ਮਰੀਅਮ ਨੂੰ ਚੁਣਿਆ। ਇਹ ਤੇ ਅੱਗੇ ਕੀ ਲਿਖਿਆ? ਅੰਤ ਉਸਕੇ ਪਤੀ यूसुफ ने जो धर्मी था। ਦੇਖੋ ਤਾਂ ਪਤੀ यूसुफ ਧਰਮੀ ਸੀ। ਧਰਮੀ ਸੀ ਇਹਦਾ ਮਤਲਬ ਉਹਦੇ ਅੰਦਰ ਵੀ ਕੋਈ ਛਲ ਕਪਟ ਨਹੀਂ ਸੀ। ਉਹਦੇ ਅੰਦਰ ਵੀ ਨਹੀਂ ਸੀ ਕਿ ਹੁਣ ਮੰਗਣੀ ਹੋ ਗਈ ਤੇ ਹੁਣ ਇਹਨੂੰ ਮੈਂ ਮਿਲ ਆਵਾਂ, ਇਹਦੇ ਨਾਲ ਖਾ ਪੀ ਲਵਾਂ, ਇਹਦੇ ਨਾਲ ਡੇਟ ਕਰ ਲਵਾਂ, ਇਹਨਾਂ ਘੁੰਮਣ ਫਿਰਨ ਚਲੇ ਜਾਵਾਂ। ਅੱਜ ਦੇਖੋ ਸੰਸਾਰ ਦੇ ਵਿੱਚ ਮੰਗਣੀ ਕਰਦੇ ਆ, ਰਿਸ਼ਤਾ ਹੁੰਦਾ ਹੈ, ਜੋ ਕੁਛ ਵੀ ਹੁੰਦੇ ਆ, ਸਭ ਕੁਛ ਖਾਣਾ ਪੀਣਾ ਐਵਰੀਥਿੰਗ ਸਿਲੈਕਟ ਕਰਦੇ ਆ ਇੱਕ ਦੂਜੇ ਨਾਲ। ਪਹਿਲੇ ਸਮੇਂ 'ਚ ਇਦਾਂ ਨਹੀਂ ਸੀਗਾ। ਔਰ ਕੀ ਹੋਇਆ? उसे बदनाम करना नहीं चाहता था, उसे चुपके से त्याग देने का विचार किया। कि ਉਹਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਔਰ ਸੋਚਦਾ ਸੀ, ਕਹਿੰਦਾ ਮੈਨੂੰ ਛੱਡ ਦੇਣਾ, ਮੈਂ ਨਹੀਂ ਇਹਦੇ ਨਾਲ ਵਿਆਹ ਕਰਵਾਉਣਾ। ਤਾਂ ਪਰਮੇਸ਼ਵਰ ਦੇ ਦੂਤ ਨੇ यूसुफ ਨੂੰ ਆ ਕੇ ਦਰਸ਼ਨ ਦਿੱਤਾ ਵੀ ਇਦਾਂ ਨਾ ਕਰੀ, ਤੂੰ ਉਹਦੇ ਨਾਲ ਹੀ ਰਹਿਣਾ, ਇਦਾਂ ਨਾ ਕਰੀ, ਉਹ ਬੱਚਾ ਮੇਰੇ ਵੱਲੋਂ ਹੈ, ਉਹ ਮੈਂ ਪਵਿੱਤਰ ਆਤਮਾ ਦੇ ਦੁਆਰਾ ਉਹ ਗਰਭਵਤੀ ਹੋਈ ਹੈ। ਪਰਮੇਸ਼ਵਰ ਦੇ ਦੂਤ ਨੇ यूसुफ ਨੂੰ ਦਰਸ਼ਨ ਦਿੱਤਾ, ਸੁਪਨੇ 'ਚ ਗੱਲਬਾਤ ਕੀਤੀ ਔਰ ਉਹੀ ਦੂਤ, स्वर्ग दूत मरियम कोल भी आए भी तू इदा इदा करना है। पढ़ांगे अगे। जब वह इन बातों को सोच ही में था तो उस प्रभु का स्वर्गदूत उसे सपन में दिखाई देकर कहने लगा, हे यूसुफ, दाऊद की संतान, तू अपनी पत्नी मरियम को अपने यहाँ ले आने से मत डर, क्योंकि जो उसके गर्भ में है वह पवित्र आत्मा की ओर से है। वह पुत्र जनेगी और तू उसका नाम यीशु रखना, क्योंकि वह अपने लोगों को उनके पापों से उद्धार करेगा। यूसुफ दे नाल गल्लां होईयां कि ਉਹ ਪਵਿੱਤਰ ਆਤਮਾ ਦੀ ਤੌਰ ਤੋਂ ਹੈ ਔਰ ਤੂੰ ਉਹਦਾ ਨਾਮ ਯੀਸ਼ੂ ਰੱਖੀ, ਕਿਉਂਕਿ ਉਹ ਆਪਣੇ ਲੋਕਾਂ ਨੂੰ ਕੀ ਕਰਨ ਲਈ? ਉਹਨਾਂ ਦੇ ਪਾਪਾਂ ਤੋਂ ਛੁਡਾਉਣ ਦੇ ਲਈ ਪੈਦਾ ਹੋਇਆ ਹੈ। ਅੱਜ ਯੀਸ਼ੂ ਮਸੀਹ ਕਿਉਂ ਪੈਦਾ ਹੋਇਆ ਹੈ? ਤਾਂ ਕਿ ਤੁਹਾਡੇ ਪਾਪਾਂ ਤੋਂ ਤੁਹਾਨੂੰ ਉद्धार ਦੇ ਸਕੇ। ਤੁਸੀਂ ਪਾਪ ਜਿਹੜੇ ਕਰਦੇ ਹੋ ਛੱਡ ਦਿਓ, ਤਾਂ ਕਿ ਉਹ ਤੁਹਾਨੂੰ ਉद्धार ਦੇਣ ਵਾਸਤੇ ਅੱਜ ਤੋਂ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਪੈਦਾ ਹੋ ਚੁੱਕਾ ਹੈ। ਉਹ ਦੁਬਾਰਾ ਪੈਦਾ ਨਹੀਂ ਹੋਏਗਾ, ਉਹ ਇੱਕ ਵਾਰੀ ਪੈਦਾ ਹੋ ਚੁੱਕਾ ਹੈ ਤਾਂ ਕਿ ਲੋਕਾਂ ਦੇ ਪਾਪ ਮਿਟਾਏ ਜਾਣ। ਅੱਜ ਸਾਨੂੰ ਮੁੜਨ ਦੀ ਲੋੜ ਹੈ। ਅੱਜ ਸਾਨੂੰ ਪਰਮੇਸ਼ਰ ਦੇ ਜੋ ਨੇ ਪੈਦਾ ਹੋ ਕੇ ਸਾਨੂੰ ਪਾਪਾਂ ਤੋਂ ਮਾਫੀ ਦੇ ਦਿੱਤੀ, ਉਧਾਰ ਦੇ ਦਿੱਤਾ, ਉਸ ਉਧਾਰ ਨੂੰ ਬਰਕਰਾਰ ਬਣਾਉਣ ਦੀ ਲੋੜ ਹੈ ਕਿ ਉਧਾਰ ਬਰਕਰਾਰ ਬਣਿਆ ਰਵੇ। ਪੁਰਾਣੇ ਸਮੇਂ ਦੇ ਵਿੱਚ ਬਲੀਆਂ ਦਿੰਦੇ ਸੀਗੇ ਕਿ ਜਦੋਂ ਕੋਈ ਪਾਪ ਕਰਦਾ ਜਾਨਵਰ ਦੀ ਬਲੀ ਦੇਤੀ, ਪਕਸ਼ੀ ਦੀ ਬਲੀ ਦੇਤੀ, ਮੈਂ ਪਾਪ ਕੀਤਾ ਇਹਦੇ ਅਨੁਸਾਰ ਇਹ ਬਲੀ ਦੇਤੀ, ਪ੍ਰਭੂ ਹੁਣ ਤੂੰ ਸਾਨੂੰ ਮਾਫ ਕਰ, ਔਰ ਫਿਰ ਪਾਪ ਕਰਨ ਲੱਗ ਜਾਂਦੇ ਸੀ। ਨਵੇਂ ਨਿਯਮ 'ਚ ਪਰਮੇਸ਼ਰ ਨੇ ਆਪਣੀ ਹੀ ਬਲੀ ਦੇਤੀ, ਆਪਣੀ ਕੁਰਬਾਨੀ ਦੇਤੀ, ਮੇਮਨਾ ਬਣ ਕੇ ਸਲੀਬ ਤੇ ਚੜ ਗਿਆ, ਕਰੂਸ ਤੇ ਚੜ ਗਿਆ, ਜਾਨ ਦੇਤੀ, ਤੀਸਰੇ ਦਿਨ ਮਰ ਕੇ ਜੀ ਉਠਿਆ। ਔਰ ਫਿਰ ਅਸੀਂ ਕਿਉਂ ਪਾਪ ਦੇ ਵਿੱਚ ਜਾਂਦੇ? ਉਹਨੇ ਦੁਬਾਰਾ ਜਾਨ ਨਹੀਂ ਦੇਣੀ, ਉਹਨੇ ਦੁਬਾਰਾ ਮਰ ਕੇ ਫਿਰ ਜੀ ਉੱਠਣਾ ਨਹੀਂ, ਉਹਨੇ ਇੱਕੋ ਵਾਰੀ ਹੁਣ ਬਾਦਲਾਂ 'ਚ ਆਉਣਾ ਨਿਆਂ ਕਰਨ ਵਾਸਤੇ। ਸੈਕਿੰਡ ਕਮਿੰਗ ਆਫ ਜੀਸਸ ਕ੍ਰਾਈਸਟ। ਇਸ ਲਈ ਅੱਜ ਟਾਈਮ ਹੈ। ਪਰਮੇਸ਼ਰ ਕਿਉਂ ਪੈਦਾ ਹੋਇਆ? ਤਾਂ ਕਿ ਤੁਸੀਂ ਪਾਪਾਂ ਤੋਂ ਯਾਦ ਰੱਖੋ, ਇੰਜੋਏ ਕਰੋ, ਸਭ ਕੁਝ ਕਰੋ, ਮਨਾਓ, ਸੈਲੀਬ੍ਰੇਟ ਕਰੋ, ਐਵਰੀ ਡੇ ਸੈਲੀਬ੍ਰੇਟ ਕਰੋ ਜੀਸਸ ਡੇ ਨੂੰ, ਬਟ ਆਪਣੇ ਉਧਾਰ ਨੂੰ ਬਣਾਏ ਰੱਖੋ। ਪਾਪ ਕਰਨ ਤੋਂ ਡਰੋ। ਕਿਸੇ ਨੂੰ ਜਿੱਦਾਂ
ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕਰਨ ਤੋਂ ਡਰੋ ਕਿ ਨਹੀਂ ਮੇਰੀ ਖਾਤਰ ਹੈ, ਮੇਰੇ ਪਾਪਾਂ ਦੀ ਖਾਤਰ ਤਾਂ ਪਰਮੇਸ਼ਰ ਨੇ ਜਨਮ ਲਿਆ, ਮੈਂ ਫਿਰ ਕਿਉਂ ਪਾਪਾਂ 'ਚ ਵਾਂ, ਮੈਂ ਮੁੜ ਜਾਵਾਂ, ਪਛਤਾਤਾਪ ਕਰ ਲਵਾਂ, ਰਿਪੈਂਟ ਕਰ ਲਵਾਂ, ਵਾਪਿਸ ਆ ਜਾਵਾਂ ਪਰਮੇਸ਼ਰ ਕੋਲ। ਦੇਖੋ ਉਹ ਬਰਕਤਾਂ ਦੇ ਨਾਲ ਤੁਹਾਨੂੰ ਭਰ ਦੇਗਾ, ਪਵਿੱਤਰ ਆਤਮਾ ਦੇ ਨਾਲ ਤੁਹਾਨੂੰ ਭਰ ਦੇਗਾ, ਆਪਣੇ ਸਾਮਰਥ ਨਾਲ, ਆਪਣੇ ਅਧਿਕਾਰਾਂ ਦੇ ਨਾਲ ਤੁਹਾਨੂੰ ਭਰ ਦੇਗਾ। ये सब इसीलिए हुआ कि जो वचन प्रभु ने भविष्यद्वक्ता के द्वारा कहा था वह पूरा हो। देखो एक कुंवारी गर्भवती होगी और एक पुत्र जनेगी और उसका नाम इम्मानुएल रखा जाएगा, जिसका अर्थ है परमेश्वर हमारे साथ। ਇਹ ਸਾਰੀ ਸਟੋਰੀ ਲਿਖੀ ਹੋਈ ਹੈ, ਜੋ ਹੋਈ, ਜੋ ਘਟਨਾ ਈਵੈਂਟ ਵਾਪਰਿਆ, ਇਹ ਤੁਸੀਂ ਆਪਣੇ ਆਪ ਸੌਣ ਤੋਂ ਪਹਿਲਾਂ ਪੜ੍ਹ ਲਿਓ, ਤੁਹਾਨੂੰ ਆਪਣੇ ਆਪ ਜਾਣਨ ਹੋ ਜਾਏਗਾ ਕਿ ਕਿੱਦਾਂ ਕਿੱਦਾਂ ਕੀ ਹੋਇਆ। ਔਰ ਇਹ ਸਭ ਕੁਝ ਤਾਂ ਹੋਇਆ ਕਿ ਪਰਮੇਸ਼ਵਰ ਦੇ ਜਨਮ ਲੈਣ ਤੋਂ ਕਿੰਨੇ ਸਾਲ ਪਹਿਲਾਂ ਹੀ ਭਵਿੱਖਦਵਤਾ ਜਿਹੜੇ ਸੀਗੇ ਉਹ ਗਵਾਹੀ ਦਿੰਦੇ ਹੁੰਦੇ ਸੀ, ਉਹ ਭਵਿੱਖਬਾਣੀਆਂ ਕਰਦੇ ਸੀ। ਵੇਖਿਓ ਇੱਕ ਕੁਵਾਰੀ ਇੱਕ ਪੁੱਤਰ ਨੂੰ ਜਨੇਗੀ, ਇੱਕ ਕੁਵਾਰੀ ਪੁੱਤਰ ਨੂੰ ਜਨੇਗੀ, ਉਹਦਾ ਨਾਮ ਇਮਾਨੂਅਲ ਹੋਏਗਾ, ਜਿਹਦਾ ਮਤਲਬ ਹੈ ਕਿ ਪਰਮੇਸ਼ਵਰ ਸਾਡੇ ਨਾਲ ਹੈ। ਔਰ ਉਹ ਜਿਹੜਾ ਬੱਚਾ ਪੈਦਾ ਹੋਏਗਾ ਲੋਕਾਂ ਨੂੰ ਪਾਪਾਂ ਤੋਂ ਛੁਟਕਾਰਾ ਦੇਗਾ, ਉਹ ਲੋਕਾਂ ਦੇ ਲਈ ਪੈਦਾ ਹੋਏਗਾ, ਲੋਕਾਂ ਨੂੰ ਜ਼ਿੰਦਗੀ ਦੇਣ ਦੇ ਲਈ, ਲੋਕਾਂ ਦੇ ਪਾਪ ਮਿਟਾਉਣ ਦੇ ਲਈ, ਔਰ ਲੋਕਾਂ ਨੂੰ ਮਾਫ ਕਰਨ ਦੇ ਲਈ, ਲੋਕਾਂ ਨੂੰ ਚਾਨਣ ਦਿਖਾਉਣ ਦੇ ਲਈ ਇੱਕ ਵੱਡੀ ਜੋਤੀ ਪੈਦਾ ਹੋਏਗੀ। ਕਿਉਂ ਪਰਮੇਸ਼ਵਰ ਨੂੰ ਲੋਕ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕ੍ਰਿਸਚਨ ਨੂੰ ਇੱਦਾਂ ਕਹਿੰਦੇ ਆ, ਕਿਉਂ ਇਸ ਧਰਮ ਦੇ ਵਿੱਚ ਇੱਦਾਂ ਕਹਿੰਦੇ ਆ ਕਿ ਅਸੀਂ ਇਹ ਨਹੀਂ ਕਰ ਸਕਦੇ, ਇੱਦਾਂ ਗੁਰੂ ਅੰਗਰੇਜ਼ਾਂ ਦਾ ਗੁਰੂ ਹੈ, ਇਹ ਹੈ ਵੋ। ਨੋ, ਕਿੱਥੇ ਨਹੀਂ ਲਿਖਿਆ ਅੰਗਰੇਜ਼ਾਂ ਦਾ ਗੁਰੂ ਹੈ, ਕਿੱਥੇ ਨਹੀਂ ਬਾਈਬਲ 'ਚ ਲਿਖਿਆ। ਮੈਂ ਨਹੀਂ ਅੱਜ ਤੱਕ ਪੜ੍ਹਿਆ, ਤੁਸੀਂ ਪੜ੍ਹਿਆ ਤਾਂ ਮੈਨੂੰ ਕਮੈਂਟ 'ਚ ਲਿਖ ਕੇ ਦੱਸੋ, ਵਰਸ ਵੀ ਲਿਖੋ, ਬੁੱਕ ਦਾ ਨਾਮ ਵੀ ਲਿਖੋ, ਅਧਿਆਏ ਵੀ ਲਿਖੋ, ਕਿੱਥੇ ਲਿਖਿਆ ਮੈਨੂੰ ਦੱਸੋ ਅੰਗਰੇਜ਼ਾਂ ਦਾ ਗੁਰੂ ਸੀਗਾ। ਨੋ, ਉਹ ਸਾਰੀ ਮਨੁੱਖ ਜਾਤੀ ਦੇ ਲਈ ਪੈਦਾ ਹੋਇਆ, ਫੋਰ ਐਵਰੀਵਨ ਜੋ ਵੀ ਇਸ ਸੰਸਾਰ ਦੇ ਵਿੱਚ ਰਹਿੰਦਾ ਉਹਦੇ ਲਈ ਉਹ ਪੈਦਾ ਹੋਇਆ ਹੈ, ਤੁਹਾਡੇ ਲਈ ਔਰ ਮੇਰੇ ਲਈ। ਤੁਸੀਂ ਮੰਨੋ ਚਾਹੇ ਨਾ ਮੰਨੋ, ਬਟ ਉਹ ਪੈਦਾ ਹੋਇਆ ਹੈ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ। ਉਹਦਾ ਸਿਰਫ ਇੱਕ ਹੀ ਮਕਸਦ ਹੈ, ਇਸੇ ਕਰਕੇ ਪੈਦਾ ਹੋਇਆ ਤਾਂ ਕਿ ਤੁਸੀਂ ਆਪਣੇ ਪਾਪਾਂ ਤੋਂ ਪਛਤਾਤਾਪ ਕਰਕੇ ਮੁੜ ਜਾਓ, ਉਧਾਰ ਨੂੰ ਪ੍ਰਾਪਤ ਕਰ ਲਓ। ਕਿਉਂਕਿ ਉਸ ਤੋਂ ਬਿਨਾਂ ਕਿੱਥੇ ਮੁਕਤੀ ਨਹੀਂ, ਉਸ ਤੋਂ ਬਿਨਾਂ ਕਿੱਥੇ ਪਾਪਾਂ ਦੀ ਮਾਫੀ ਨਹੀਂ, ਉਸ ਤੋਂ ਬਿਨਾਂ ਕਿੱਥੇ ਚੰਗਾਈ ਨਹੀਂ। ਤੁਸੀਂ ਦੇਖ ਲਓ ਪਰਮੇਸ਼ਵਰ ਦਾ ਪ੍ਰੇਮ ਦੇਖ ਲਓ, ਉਹਨੇ ਉਹ ਕੁਰਬਾਨੀ ਦੇ ਦਿੱਤੀ, ਕਿੰਨੀ ਕੁਰਬਾਨੀ ਦੇ ਦਿੱਤੀ, ਕਿੰਨਾ ਦੁੱਖ ਸਿਆ। ਉਹ ਸਭ ਕੁਝ ਕਰ ਸਕਦਾ ਹੈ, ਉਹਦੇ ਹੱਥਾਂ ਵਿੱਚ ਸਭ ਕੁਝ ਹੈ, ਉਹਦੇ ਕੋਲ ਸਭ ਕੁਝ ਹੈ, ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਹਨੂੰ ਸਿਰਫ ਤੁਹਾਡੇ ਪਿਆਰ ਦੀ, ਤੁਹਾਡੇ ਟਾਈਮ ਦੀ ਲੋੜ ਹੈ ਕਿ ਮੇਰੇ ਨਾਲ ਮੇਰਾ ਬੱਚਾ ਟਾਈਮ ਸਪੈਂਡ ਕਰੇ, ਮੈਨੂੰ ਧੰਨਵਾਦ ਕਰੇ, ਉਹਨੂੰ ਮਹਿਮਾ ਦੇਵੇ। ਕਿਉਂਕਿ ਉਹਨੇ ਇਨਸਾਨ ਨੂੰ ਇਸ ਲਈ ਬਣਾਇਆ ਸੀ ਤਾਂ ਕਿ ਇਨਸਾਨ ਉਹਦੀ ਮਹਿਮਾ ਕਰੇ। ਲੇਕਿਨ ਇਨਸਾਨ ਤੇ ਉਹਦੀ ਮਹਿਮਾ ਕੀ ਕਰਨੀ ਹੈ, ਉਹ ਕਿਤੇ ਹੋਰ ਹੀ ਉਲਝਿਆ ਫਿਰਦਾ, ਕਿਤੇ ਹੋਰ ਹੀ ਉਹਦਾ ਮੁੱਖ ਹੋਇਆ ਪਿਆ, ਆਪਣੇ ਕੰਮਾਂ 'ਚ ਵਿਅਸਤ ਹੈ, ਆਪਣੀ ਜ਼ਿੰਦਗੀ 'ਚ ਵਿਅਸਤ ਹੈ, ਆਪਣੀ ਪਰੇਸ਼ਾਨੀਆਂ 'ਚ ਵਿਅਸਤ ਹੈ, ਆਪਣੇ ਦੁੱਖਾਂ 'ਚ, ਆਪਣੇ ਕਲੇਸ਼ਾਂ 'ਚ, ਆਪਣੇ ਘਰਾਂ 'ਚ, ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੈ। ਕਦੋਂ ਮਹਿਮਾ ਕਰਨੀ ਹੈ, ਕਿਹੜੇ ਟਾਈਮ ਮਹਿਮਾ ਕਰਨੀ ਹੈ। ਪਰਮੇਸ਼ਰ ਦਾ ਪੈਦਾ ਹੋਣਾ ਸਾਡੇ ਲਈ ਆਸ਼ੀਸ਼ ਸੀਗਾ ਕਿ ਉਹ ਸਾਨੂੰ ਛੁਡਾ ਸਕੇ। ਇਸ ਚਾਨਣ ਨੂੰ ਗ੍ਰਹਿਣ ਕਰੋ, ਇਸ ਚਾਨਣ ਨੂੰ ਆਪਣੇ ਅੰਦਰ ਗ੍ਰਹਿਣ ਕਰੋ ਕਿ ਉਹ ਸਾਡੇ ਲਈ ਪੈਦਾ ਹੋਇਆ ਤਾਂ ਕਿ ਸਾਡੇ ਪਾਪ ਮਿਟਾਏ ਜਾਣ, ਸਾਨੂੰ ਮੁਕਤੀ ਦੇਣ ਲਈ। ਮਰ ਕੇ ਕੋਈ ਮੁਕਤੀ ਨਹੀਂ, ਜੀਂਦੇ ਜੀ ਮੁਕਤੀ ਹੈ। ਇੱਕ ਮਨ 'ਚੋਂ ਭੁਲੇਖਾ ਕੱਢ ਦਿਓ, ਮਰ ਕੇ ਮੁਕਤੀ ਮਿਲਦੀ ਹੈ। ਜਿਹੜੇ ਮੁਕਤੀ ਮਰ ਕੇ ਕਰਾਉਂਦੇ, ਨੋ, ਇੱਦਾਂ ਦੀ ਕੋਈ ਮੁਕਤੀ ਨਹੀਂ ਹੈ। ਜੀਂਦੇ ਜੀ ਮੁਕਤੀ ਲੈ ਲਓ ਆਪਣੇ ਆਪ ਹੀ ਪਰਮੇਸ਼ਰ ਦੇ ਕੋਲ, ਉਸ ਤੋਂ ਬਿਨਾਂ ਕਿਤੇ ਮੁਕਤੀ ਨਹੀਂ ਹੈ। ਬਾਈਬਲ ਬਿਆਨ ਕਰਦੀ ਹੈ। ਆਪਣੇ ਆਪ ਨੂੰ ਤਿਆਰ ਕਰੋ, ਨੈਗੇਟਿਵ ਗੱਲਾਂ 'ਚੋਂ ਬਾਹਰ ਆਓ, ਅੰਧਕਾਰ 'ਚੋਂ ਬਾਹਰ ਆਓ, ਅੰਧ ਵਿਸ਼ਵਾਸ 'ਚੋਂ ਬਾਹਰ ਆਓ, ਗਿਆਨ ਨੂੰ ਜਾਣੋ, ਸੱਚਾਈ ਨੂੰ ਜਾਣੋ। ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਦ ਤੱਕ ਤੁਸੀਂ ਸੱਚਾਈ ਨਹੀਂ ਜਾਣੋਗੇ ਤੁਸੀਂ ਬੰਧਨ ਦੇ ਵਿੱਚ ਹੋ, ਤੁਸੀਂ ਬੰਦੇ ਹੋਏ ਹੋ ਗੁਲਾਮੀ 'ਚੋਂ। ਜਦੋਂ ਸੱਚਾਈ ਨੂੰ ਜਾਣੋਗੇ ਤਾਂ ਫ੍ਰੀ ਹੋ ਜਾਓਗੇ, ਆਪਣੀ ਲਾਈਫ 'ਚ, ਆਪਣੀ ਆਤਮਿਕ ਜੀਵਨ 'ਚ ਫ੍ਰੀ ਹੋ ਜਾਓਗੇ, ਸਭ ਕੁਝ ਛੱਡ ਦੋਗੇ। ਸਿਰਫ ਇੱਕ ਹੀ ਮਕਸਦ ਤੁਹਾਡੀ ਜ਼ਿੰਦਗੀ 'ਚ ਰਹੇਗਾ, ਜਦੋਂ ਤੁਸੀਂ ਸੱਚਾਈ ਨੂੰ ਜਾਣ ਲਓਗੇ ਕਿ ਮੈਂ ਜੀਵਾਂਗੀ ਔਰ ਮਰਾਂਗੀ ਤੇਰੇ ਲਈ, ਔਰ ਸਾਰੇ ਕੰਮ ਮੇਰੇ ਤੂੰ ਕਰਨੇ ਪਰਮੇਸ਼ਵਰ। ਜਦੋਂ ਤੁਹਾਡੇ ਅੰਦਰ ਸੱਚਾਈ ਆ ਜਾਏਗੀ। ਨਹੀਂ ਤੇ
ਤੁਸੀਂ ਇੱਦਾਂ ਹੀ ਆਪਣੀ ਲਾਈਫ ਸਪੈਂਡ ਕਰਦੇ ਰਹੋਗੇ ਔਰ ਟਾਈਮ ਬੀਤਦਾ ਜਾਏਗਾ, ਸਮਾਂ ਬੀਤਦਾ ਜਾਏਗਾ ਔਰ ਅੰਤ ਦੇ ਦਿਨਾਂ 'ਚ ਕੀ ਹਾਲ ਹੋਏਗਾ ਉਹ ਤੁਹਾਨੂੰ ਆਪ ਪਤਾ ਲੱਗੇਗਾ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। महान सर्वशक्तिमान पिता, तेरा शुक्र, तेरा धन्यवाद कर दे, तेरी तारीफ कर दे। तू राजाओं का राजा है, प्रभुओं का प्रभु है, सामर्थी है प्रभु। सचमुच तू साडे लिए पैदा हो गया प्रभु। एक चरनी च तू बालक का रूप धारण करके जन्म ले लिया ताकि प्रभु जी इंसान निजात पा जावे, इंसान उद्धार पा जावे पापां तो प्रभु जी। खुदावंद खुदा, तू एक कुवारी तो जन्म लिया पिता साडे लिए, वो कर दिता जो कोई दुनिया की ताकत नहीं कर सकती प्रभु। तू साडे लिए मारा गया, गाड़ा गया और तीसरे दिन जी उठिया प्रभु। तेरे मार खान दे नाल असीं चंगे हो चुके, तेरे कोड़े खान दे नाल असीं चंगे हो चुके हैं पिता। ओ तेरा धन्नवाद करदे, असीं विश्वास करदे हैं तेरे ते पिता। असीं तेरे नाम नूं उच्चा करदे हैं पिता। जिन्ने भी लोग इस वीडियो नूं वाच करन पिता, मैं सब दे लिए प्रार्थना करदी हाँ ये मैसेज इन्हां दी जिंदगी नूं बदल दवे, ये मैसेज इन्हां नूं सच्चाई दे विच लैके आवे, ये मैसेज पिता परमेश्वर इन्हां दी जिंदगियां च बहारां नूं लैके आवे, ये मैसेज पिता परमेश्वर बरकत दा कारण होवे इन्हां दी जिंदगियां दे विच पिता जी। और साडे सारियां दे पाप अज माफ़ हो जाण, असीं पश्चाताप करदे हां और तेरी अगुवाई दे हेठ चलदे हां। तेरी पवित्र आत्मा सानूं चलना, उठना, बैठना, खाना पीना, रहना, किसी नाल गल करना, जो कुछ भी असीं करिए वो सानूं सिखावे ताकि असीं किसी भी काम दे विच दोषी ना ठहराए जाइए पिता परमेश्वर। अपने आप नूं असीं पवित्र करिए। सामर्थी परमेश्वर, जैसा तू पवित्र है वैसे हमें भी पवित्र कर पिता परमेश्वर। यू आर अ होली गॉड लॉर्ड, तो सानू भी होली बना पिता परमेश्वर, सानू भी पवित्र बना पिता परमेश्वर। साडे ते भी दया कर पिता परमेश्वर। हर एक बंधन इन्हां दी जिंदगियां चों तोड़ पिता परमेश्वर। और किसी प्रकार दा क्यों ना होवे, चाहे तैनू एक्सैप्ट करन दा क्यों ना होवे, कि वो डर वाला आत्मा क्यों ना होवे, यीशु नाम चो निकले। ओ खुदावंद इन्हां दी अखां नूं खोल, मन नूं खोल, हिरदे नूं खोल ताकि सच्चाई नूं जाण, क्योंकि तेरे वचन च लिखिया सच्चाई नूं जाणो तो सच्चाई तुहानूं आजाद करेगी। यूहन्ना च लिखिया हुणे दे प्रभु सच्चाई दा आत्मा साडी जिंदगियां च आ जाए पिता। पवित्र आत्मा दे नाल सानूं भर दे, अपने वरदानां नाल भर दे। ओ तेरी हीलिंग पावर, तेरा डिलीवरेंस पावर, तेरा उद्धार, तेरा छुटकारा इन्हां दी जिंदगियां च आवे पिता परमेश्वर। ओ रबा सीखा रबा शिंदा रबा 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 रबा। थैंक यू जीजस। अपने वरदानां नाल भर पिता, अपने गिफ्ट्स नाल सानू भर पिता परमेश्वर। ओ खुदावंद खुदा, अज लोग बहुत सारे एक दूजे नूं गिफ्ट दिंदे होणगे तेरे जन्म दिहाड़े ते कि यीशु मसीह पैदा होया, गिफ्ट वंडदे होणगे, मिठाई वंडदे होणगे, सैलीब्रेट करदे होणगे। लेकिन पिता मैं तेरे कोलों गिफ्ट मंगदी हां, मैं तेरे कोलों एक गिफ्ट मंगदी हां प्रभु। सानू अपना अकल बुद्धि ज्ञान और सानू अपने वरदानां ना भर दे, सानू अपनी सामर्थ ना भर दे, सानू अपने अभिषेक ना भर दे, सानू अपनी शक्ति ना भर दे पिता जिहदी सानू लोड़ है प्रभु। तेरे तो बिना असीं कुछ नहीं कर सकते। विदाउट यू वी कांट डू एनीथिंग प्रभु जी। वी आर नथिंग विदाउट यू प्रभु। असीं कुछ भी नहीं हाँ प्रभु, सब कुछ तेरे विच पॉसीबल है। जे तू एक कुवारी तो जन्म लै सकदा है तो तू सब कुछ कर सकदा है पिता। तेरे लिए कुछ भी मुश्किल नहीं है पिता। मैं विश्वास करदी हाँ तेरे ते, मैं विश्वास करदी हाँ। तू मेरे विश्वास नूं देख पिता, इन्हां लोगां दे विश्वास नूं देख, जोड़े लोग देख रहे ने इन्हां दे विश्वास नूं देख। मैनूं नहीं पता इन्हां दा विश्वास किन्ना है, लेकिन इन्हां दा विश्वास तू वधाण वाला परमेश्वर है। ओ तू पतरस नूं पानी ते चल के विखा दिता और ओनूं तू क्या आ चलिया पानी ते चल, और पानी ते चलन लग गया प्रभु। जदों ने दुनिया वाल देखिया ते इधर उधर देखिया ते वो डुबन लग गया प्रभु जी। असी जिन्ने भी लोग हाँ इधर उधर ना देखिए, असी डुबना नहीं चाहते प्रभु। असी तेरे वाल देखिए ताकि असी पानी दे उत्ते चल जाइए, ताकि असी मुसीबतां चों निकल जाइए, ताकि असी परेशानियां चों निकल जाइए, ताकि असी बीमारियां दुखां तो निकल के प्रभु तेरे कोल आ जाइए, जिथे शांति आराम, जिथे प्रभु सब कुछ है। जो शांति जो आनंद तू दिंदा पिता परमेश्वर वो कोई भी नहीं दे सकदा। जो प्यार तू सानू कर सकदा है
ਉਹ ਕੋਈ ਵੀ ਨਹੀਂ ਕਰ ਸਕਦਾ। ਤੇਰਾ ਅਗਾਪੇ ਪਿਆਰ, ਤੇਰਾ ਅਨਲਿਮਟਿਡ ਪਿਆਰ ਜਿਹੜਾ ਤੂੰ ਕਰੂਸ ਤੇ ਵਿਖਾ ਦਿੱਤਾ, ਆਪਣਾ ਕੀਮਤੀ ਲਹੂ ਬਹਾ ਕੇ, ਇੱਕ ਇੱਕ ਕਤਰਾ ਤੂੰ ਲਹੂ ਦਾ ਬਹਾਤਾ, ਔਰ ਤੇਰੇ ਅੰਦਰ ਕੁਝ ਵੀ ਲਹੂ ਦਾ ਟਿਪਕਾ ਤੱਕ ਨਹੀਂ ਰਹਿ ਗਿਆ ਸੀ ਪ੍ਰਭੂ। ਜਦੋਂ ਤੇਰੇ ਪ੍ਰਭੂ ਨੇਜਾ ਵੱਜਿਆ ਪਿਤਾ ਪਰਮੇਸ਼ਰ, ਪਾਣੀ ਨਿਕਲਿਆ, ਬਿਕੋਜ਼ ਲਹੂ ਖਤਮ ਹੋ ਚੁੱਕਾ ਸੀ ਪਿਤਾ। ਤੂੰ ਇੱਕ ਇੱਕ ਕਤਰਾ ਸਾਡੇ ਲਈ ਬਹਾਤਾ ਪਿਤਾ ਪਰਮੇਸ਼ਰ। ਉਸ ਪਿਆਰ ਦੀ, ਉਸ ਕੁਰਬਾਨੀ ਦੇ ਲਈ ਤੇਰਾ ਧੰਨਵਾਦ ਕਰਦੀ ਮੈਂ ਪਿਤਾ। ਹਰ ਇੱਕ ਬੰਧਨ ਇਹਨਾਂ ਦੀ ਜ਼ਿੰਦਗੀਆਂ 'ਚ ਤੋੜ ਪਿਤਾ। ਹਰ ਪ੍ਰਕਾਰ ਦੀ ਮੁਸੀਬਤ ਖਤਮ ਕਰ, ਹਰ ਪ੍ਰਕਾਰ ਦਾ ਕਲੇਸ਼ ਖਤਮ ਕਰ। ਤੇਰਾ ਨਾਮ ਉੱਚਾ ਹੋਵੇ ਪਿਤਾ। ਤੇਰਾ ਵਚਨ ਇਹਨਾਂ ਦੀ ਜ਼ਿੰਦਗੀਆਂ 'ਚ ਕਾਰੇ ਕਰੇ ਪਿਤਾ। 100 ਗੁਣਾ ਫਲਾਂ ਨੂੰ ਲੈ ਕੇ ਆਵੇ, ਪਰ ਇਹਨਾਂ ਨੂੰ ਇਸੇ ਵਕਤ ਰਾਈਟ ਨਾਓ ਟੱਚ ਕਰ ਇਹਨਾਂ ਨੂੰ ਆਪਣੀ ਪਵਿੱਤਰ ਆਤਮਾ ਦੇ ਨਾਲ। ਇਹ ਪਵਿੱਤਰ ਆਤਮਾ ਨੂੰ ਮਹਿਸੂਸ ਕਰਨ, ਅਨੁਭਵ ਕਰਨ, ਤੇਰੀ ਹਜ਼ੂਰੀ ਨੂੰ ਮਹਿਸੂਸ ਕਰਨ। ਆਪਣੀਆਂ ਅੱਖਾਂ ਨੂੰ ਬੰਦ ਕਰਕੇ ਇਸ ਪ੍ਰਾਰਥਨਾ ਨੂੰ ਰਿਸੀਵ ਕਰੋ ਰਾਈਟ ਨਾਓ। ਆਪਣੇ ਹਿਰਦੇ 'ਤੇ ਹੱਥ ਰੱਖੋ। ਯਿਸੂ ਮਸੀਹ ਦਾ ਆਤਮਾ ਤੁਹਾਨੂੰ ਟੱਚ ਕਰੇ, ਯਿਸੂ ਮਸੀਹ ਦੀ ਆਤਮਾ ਤੁਹਾਨੂੰ ਛੂਏ। ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਭਰ ਜਾਓ। ਜਿਸ ਤਰ੍ਹਾਂ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਮਾਤਾ ਮਰੀਅਮ ਗਰਭਵਤੀ ਹੋਈ, ਤੁਸੀਂ ਵੀ ਉਹੀ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਆਪਣੇ ਅੰਦਰੋਂ ਯਿਸੂ ਮਸੀਹ ਨੂੰ ਵਿਖਾਵੋ, ਪੈਦਾ ਕਰੋ, ਉਹਦੇ ਕੰਮਾਂ ਨੂੰ ਕਰੋ, ਔਰ ਉਹਦੇ ਨਾਮ ਨੂੰ ਉੱਚਾ ਕਰੋ। ਹਰ ਇੱਕ ਲੇਡੀ ਜੋ ਮੈਨੂੰ ਦੇਖ ਰਹੀ ਹੈ, ਅਗਰ ਅਪਵਿੱਤਰ ਹੈ, ਛਲ ਕਪਟ ਹੈ, ਰੋਂਗ ਰਿਲੇਸ਼ਨਸ਼ਿਪ ਹੈ, ਇਨ ਦ ਨੇਮ ਆਫ ਜੀਸਸ ਬਾਹਰ ਨਿਕਲੇ ਉਸ ਬੰਧਨ ਚੋਂ, ਬਾਹਰ ਨਿਕਲੇ ਉਸ ਗੰਦਗੀ ਚੋਂ। ਬਿਕੋਜ਼ ਇਹ ਯਿਸੂ ਮਸੀਹ ਵੱਲੋਂ ਨਹੀਂ ਹੈ, ਇਹ ਪਰਮੇਸ਼ਰ ਨਹੀਂ ਸਿਖਾਉਂਦੇ। ਪਵਿੱਤਰਤਾ ਹੀ ਸਿਖਾਉਂਦੇ ਹੈ ਪਰਮੇਸ਼ਰ, ਪਵਿੱਤਰਤਾ ਹੀ ਸਿਖਾਉਂਦੇ। ਸੋ ਪਵਿੱਤਰ ਬਣੋ, ਬੀ ਹੋਲੀ। ਅੱਜ ਦੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਤੁਸੀਂ ਪਵਿੱਤਰ ਬਣੇ ਹੋ। ਪਵਿੱਤਰ ਕਰੋ ਆਪਣੇ ਆਪ ਨੂੰ, ਸਾਮਰਥ ਨੂੰ ਗ੍ਰਹਿਣ ਕਰੋ, ਉਸ ਦੀ ਆਤਮਾ ਨੂੰ ਰਿਸੀਵ ਕਰੋ, ਉਸ ਦੀ ਟੱਚ ਨੂੰ ਰਿਸੀਵ ਕਰੋ। ਯਿਸੂ ਮਸੀਹ ਦੀ ਆਤਮਾ ਨਾਲ ਭਰ ਜਾਓ ਔਰ ਵੱਡੀਆਂ ਗਵਾਹੀਆਂ ਦਿਓ। ਸੱਚਮੁੱਚ ਤੁਹਾਡੀ ਜ਼ਿੰਦਗੀ ਸੇਮ ਨਹੀਂ ਰਹੇਗੀ। ਅਗਰ ਤੁਸੀਂ ਵਿਸ਼ਵਾਸ ਕਰਦੇ ਹੋ, ਅਗਰ ਤੁਸੀਂ ਵਚਨ ਨੂੰ ਆਪਣੀ ਜ਼ਿੰਦਗੀ 'ਚ ਫੋਲੋ ਕਰਦੇ ਹੋ, ਮੰਨਦੇ ਹੋ, ਯੈਸ ਯੂ ਆਰ ਅ ਗ੍ਰੇਟ ਲੋਡ, ਯੂ ਆਰ ਅ ਹੋਲੀ ਲੋਡ, ਯੂ ਆਰ ਅ ਟਰੂ ਗੋਡ, ਯੂ ਆਰ ਅ ਲਿਵਿੰਗ ਗੋਡ, ਤਾਂ ਸੱਚਮੁੱਚ ਉਹ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੰਮ ਕਰੇਗਾ। ਜਿੱਦਾਂ ਤੁਸੀਂ ਸੋਚੋਗੇ ਕਿ ਕਿੱਦਾਂ ਦਾ ਪਰਮੇਸ਼ਵਰ ਹੈ, ਉੱਦਾਂ ਦਾ ਹੀ ਉਹ ਤੁਹਾਡੀ ਜ਼ਿੰਦਗੀ 'ਚ ਕਾਰੇ ਕਰੇਗਾ। ਇਫ ਯੂ ਆਰ ਥਿੰਕਿੰਗ, ਅਗਰ ਤੁਸੀਂ ਸੋਚਦੇ ਹੋ ਕਿ ਉਹ ਸੱਚਾ ਪਰਮੇਸ਼ਵਰ ਹੈ, ਤਾਂ ਤੁਸੀਂ ਸੱਚੇ ਹੋਵੋਗੇ ਔਰ ਸੱਚੇ ਕੰਮ ਕਰੋਗੇ। ਤੁਸੀਂ ਅਗਰ ਤੁਸੀਂ ਸੋਚਦੇ ਕਿ ਉਹ ਸੱਚਾ ਤੇ ਜ਼ਿੰਦਾ ਖੁਦਾ ਬਾਪ ਹੈ, ਤਾਂ ਤੁਹਾਡੀਆਂ ਮਰੀਆਂ ਹੋਈਆਂ ਚੀਜ਼ਾਂ, ਮਰੀ ਹੋਈ ਲਾਈਫ ਜ਼ਿੰਦੀ ਹੋ ਜਾਏਗੀ ਔਰ ਕੰਮ ਤੁਹਾਡੇ ਬਣਨਗੇ। ਇਨ ਦਾ ਮਾਈਟੀ ਨੇਮ ਆਫ ਜੀਸਸ ਤੇਰਾ ਸ਼ੁਕਰ ਕਰਦੇ ਪਿਤਾ, ਤੇਰਾ ਧੰਨਵਾਦ ਕਰਦੇ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ। ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰੋ, ਯਿਸੂ ਮਸੀਹ ਨਾਮ 'ਚ ਮੰਗਦੇ, ਆਮੀਨ ਆਮੀਨ। ਗੋਡ ਬਲੈਸ ਯੂ ਆਲ। ਅਗਰ ਕੋਈ ਪ੍ਰੋਬਲਮ ਹੈ ਕਮੈਂਟ 'ਚ ਲਿਖੋ, ਅਗਰ ਕੋਈ ਟੈਸਟ ਮਨੀ ਦੇਣੀ ਹੈ ਕਮੈਂਟ 'ਚ ਲਿਖੋ। ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰੋ। ਸਾਰਿਆਂ ਨੂੰ ਜੈ ਮਸੀਹ ਕੀ।